स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਇੱਕ ਹੋਰ ਪੇਸ਼ਕਸ਼ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ, ਕਿਉਂਕਿ ਪਹਿਲੇ ਹੀ ਕਿਸ਼ਤ ਤੁਸੀਂ ਦੇਖੀ ਹੈ ਜਸਟਿਸ ਰਣਜੀਤ ਕਮਿਸ਼ਨ ਦੀ ਸੱਚਾਈ, ਔਰ ਅੱਜ ਭਾਗ ਦੂਜਾ ਲੈ ਕੇ ਹਾਜ਼ਰ ਹੋਏ ਹਾਂ, ਕਿਉਂਕਿ ਇਸ ਕਮਿਸ਼ਨ ਦੇ ਵਿੱਚ हर रोज़ नवे नवे किरदार पैदा हो रहे हैं, नवी नवी अपडेट्स आ रही ने। बहुत सारे लोग बाहर आके कहते हैं कि साडे बयान ने, कई लोग कहते हैं साडे बयान दर्ज ही नहीं होए, ये सब कुछ जाली है। बहुत सारिया चीज़ां ने जिहड़ियां विचार वटांदरा करने वालियां ने, क्योंकि जिहड़ी सत्ताधारी धिर है वो कहती है कि श्रोमणी अकाली दल क्रेडिबिलिटी जीरो करन ते लगी हुई है, जबकि इस रिपोर्ट की क्रेडिबिलिटी बहुत ज़्यादा घोख की गई है इस पूरी कमिशन ने। और इस कमिशन ने जिहड़ी घोख करन तो बाद रिपोर्ट तैयार की है, इस दे विच जो भी कमिशन ने सिफारिशां कीतियां ने वो इन बिन लागू भी हो सकदियां ने। इस करके श्रोमणी अकाली दल नूं डर है कि श्रोमणी अकाली दल ने उस वेले सही तरीके दे नाल कार्रवाई नहीं की ते हुण खमियाजा उन्हां नूं भुगतना पै सकदा है। इसे करके क्रेडिबिलिटी जीरो करन ते लगे हुए ने। ये विचार चर्चा लैके हाज़र होए हैं। दो खास मेहमान साडे नाल मौजूद ने। इस कमिशन की रिपोर्ट है जिहड़ी वो रिपोर्ट भी टेबल ते पई हुई है, उस ते पड़ताल जरूर करांगे। दो खास मेहमान महेश चंद्र सिंह गरेवाल साहब सीनियर अकाली दल के आगू ने, और सरदार त्रिलोचन सिंह जी सीनियर पत्रकार ने। बहुत बहुत स्वागत है दोवें मेहमानों का। मैं गरेवाल साहब शुरुआत थोड़े तो करांगा। एक वड्डा इल्जाम भी है और ये परसैप्शन आम लोगों के विच भी बन गई है कि श्रोमणी अकाली दल रणजीत कमिशन की क्रेडिबिलिटी जीरो करन ते लग्या होया। हर हीले वसीले तुसीं चाहते हो कि विधान सभा के टेबल ते जाण तो पहले ही तुसीं इस रिपोर्ट का पोस्टमार्टम कर दिओ, लोगों का विश्वास चुक दिओ इस रिपोर्ट तो। देखो हरप्रीत जी, पहली मैं गल कहनी चाहना है जी क्रेडिबिलिटी होवे ही ना, वो क्रेडिबिलिटी डिस्ट्रॉय कर ਤੁਹਾਡੀ ਨਜ਼ਰ ਚ ਹੈ ਨਾ, ਤੁਹਾਡੀ ਨਜ਼ਰ ਚ ਕ੍ਰੈਡੀਬਿਲਿਟੀ ਨਹੀਂ ਹੈ। ਜੇ ਸਰਕਾਰ ਨੇ ਇੱਕ ਕਮਿਸ਼ਨ ਬਣਾਇਆ, ਕੁਝ ਸੋਚ ਸਮਝ ਕੇ ਕਮਿਸ਼ਨ ਬਣਾਇਆ, ਉਹ ਸੋਚ ਸਮਝ ਕੇ ਬੜਾ ਸੋਚ ਸਮਝ ਕੇ ਬਣਾਇਆ ਹੈ ਕਿ ਜੋ ਸਰਕਾਰ ਚਾਹੁੰਦੀ ਸੀ ਉਹ ਹਰ ਜੱਜ ਮੋਹਰ ਲਾਉਣ ਨੂੰ ਤਿਆਰ ਨਹੀਂ ਹੁੰਦਾ। ਇਹਨਾਂ ਨੂੰ ਪਹਿਲਾਂ ਵੀ ਇਹ ਬੜਾ ਧਿਆਨ ਨਾਲ ਸੋਚਣਾ ਪਿਆ ਕਿ ਕਿਹੜਾ ਬੰਦਾ ਹੈਗਾ ਜਿਹੜਾ ਸਰਕਾਰ ਦੀ ਤੇ ਕਾਂਗਰਸ ਦੀ ਸੋਚ ਨਾਲ ਕਨਵੀਨੀਅੰਟ ਉਹਨਾਂ ਨੂੰ ਫਾਈਂਡਿੰਗਸ ਦੇ ਸਕਦਾ ਹੈਗਾ। ਇਸ ਦੀ ਕ੍ਰੈਡੀਬਿਲਿਟੀ ਨੂੰ ਡਾਊਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਨਾ ਕੋਈ ਲੋੜ ਹੈ, ਨਾ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦੀ ਜ਼ਰੂਰਤ ਹੈ, ਨਾ ਸ਼੍ਰੋਮਣੀ ਅਕਾਲੀ ਦਲ ਇਸ ਕਮਿਸ਼ਨ ਦੀ ਹੋਂਦ ਨੂੰ ਮੰਨਦਾ। ਪਰ ਗੱਲ ਇਹ ਹੈ ਕਿ ਜੋ ਕੁਛ ਹੋਇਆ ਅੱਜ ਤੱਕ ਉਹ ਆਪਣੇ ਆਪ 'ਚ ਹੀ ਇਹਨੂੰ ਕਮਿਸ਼ਨ ਨੂੰ ਡਿਮੋਲਿਸ਼ ਕਰਦਾ। ਪਹਿਲੀ ਗੱਲ, ਮੈਂ ਪਹਿਲੇ ਤੁਹਾਡੇ ਡਿਬੇਟ 'ਤੇ ਵੀ ਸੁਣਿਆ, ਤੁਸੀਂ ਇਹ ਕਿਹਾ ਕਿ ਅਸੀਂ ਕਮਿਸ਼ਨ ਬਣਾਇਆ, ਉਹਨਾਂ ਨੇ ਰੱਦ ਕੀਤਾ, ਉਹਨਾਂ ਨੇ ਬਣਾਇਆ ਅਸੀਂ ਰੱਦ ਕੀਤਾ। मैं ਤੁਹਾਨੂੰ ਇੱਥੇ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਵਾਲਾ ਕਮਿਸ਼ਨ ਉਹਨਾਂ ਨੇ ਰਿਜੈਕਟ ਨਹੀਂ ਕੀਤਾ। ਜਦ ਕਮਿਸ਼ਨ ਬਣਿਆ, ਕਮਿਸ਼ਨ ਦੀ ਰਿਪੋਰਟ ਆਈ, ਤੇ ਅੱਜ ਤੱਕ ਮੈਂ ਤੁਹਾਨੂੰ ਕਹਿਣਾ ਕਿ ਉਹ ਕਮਿਸ਼ਨ ਨੂੰ ਨਾ ਇਹਨਾਂ ਨੇ ਡਿਸਬੈਂਡ ਕੀਤਾ, ਨਾ ਉਹਨੂੰ ਰਿਸੈਂਟ ਕੀਤਾ। ਉਹ ਪਰ ਉਸ ਕਮਿਸ਼ਨ ਦੀ ਹੋਂਦ ਤਾਂ ਖਤਮ ਹੋ ਗਈ ਨਾ, ਇੱਕ ਨਵਾਂ ਕਮਿਸ਼ਨ ਬਣ ਗਿਆ, ਉਹ ਕਮਿਸ਼ਨ ਦੀ ਹੋਂਦ ਖਤਮ ਹੋ ਗਈ। ਆਟੋਮੈਟਿਕ ਖਤਮ ਹੋਣ ਨਾਲ ਨਾ ਜੀ, ਜਿੰਨਾ ਚਿਰ ਇਹ ਪਹਿਲਾ ਨੋਟੀਫਿਕੇਸ਼ਨ ਜਿਹੜਾ ਇਹਨਾਂ ਨੇ ਨਵੇਂ ਕਮਿਸ਼ਨ ਨੂੰ ਬਣਾਉਣ 'ਚ ਕੀਤਾ ਹੈਗਾ, ਉਹਦੇ 'ਚ ਸਿਰਫ ਇੱਕੋ ਗੱਲ ਲਿਖ ਕੇ ਕੀਤਾ ਕਿ ਜਿਹੜੇ ਪਹਿਲਾ ਕਮਿਸ਼ਨ ਸੀ ਉਹਦੀ ਰਿਪੋਰਟ ਇਨਕਨਕਲੂਸਿਵ ਸੀ, ਬਿਨਾਂ ਸਿੱਟੇ ਦੇ ਸੀ, ਉਹ ਨਾਮਜ਼ਦ ਬੰਦਿਆਂ ਨੂੰ ਨਹੀਂ ਕਰ ਸਕਿਆ, ਇਸ ਕਰਕੇ ਦੂਜਾ ਕਮਿਸ਼ਨ ਬਣਾ ਰਹੇ ਆ, ਹੋਰ ਕਿਸੇ ਗੱਲ ਕਰਕੇ ਨਹੀਂ। ਜਿਹੜਾ ਇਹਦਾ ਪ੍ਰੀਫੇਸ ਹੈ, ਜਿਹੜਾ ਇਹਦਾ ਮੁੱਖ ਬੰਦਾ ਕਮਿਸ਼ਨ ਦੇ ਬਣਾਉਣ ਦਾ, ਉਹਦੇ 'ਚ ਕਲੀਅਰ ਲਿਖਿਆ ਕਿ ਇਹ ਕਮਿਸ਼ਨ ਬਣਾਉਣ ਦੀ ਕਿਉਂ ਲੋੜ ਪਈ। ਤੇ ਫਿਰ ਉਸ ਕਮਿਸ਼ਨ ਨੂੰ ਹੀ ਅਗਾਊਂ ਵਧਾਇਆ ਜਾ ਸਕਦਾ ਸੀ। ਇਹ ਉਹਨਾਂ ਨੂੰ ਦੱਸਣਾ ਚਾਹੀਦਾ, ਜਿਹੜੇ ਕਮਿਸ਼ਨ ਬਣਨ ਤੋਂ ਬਾਅਦ ਉਹਨਾਂ ਨੇ ਜੱਜ ਦੀ ਕ੍ਰੈਡੀਬਿਲਿਟੀ 'ਤੇ ਕੋਈ ਸ਼ੱਕ ਨਹੀਂ ਕੀਤਾ, ਬਣਾਉਣ ਵਾਲੀ ਸਰਕਾਰ ਦੀ ਨੀਅਤ 'ਤੇ ਕੋਈ ਸ਼ੱਕ ਨਹੀਂ ਕੀਤਾ। ਉਦੋਂ ਬਾਅਦ ਉਹ ਨਵਾਂ ਬੰਦਾ ਕਿਉਂ ਲਿਆਉਂਦੇ ਆ ਪਹਿਲੀ ਰਿਪੋਰਟ ਨੂੰ ਰੱਦ ਕਰਕੇ, ਇਹ ਕਾਂਗਰਸ ਦੀ ਸਰਕਾਰ ਨੂੰ ਦੱਸਣਾ ਪਊਗਾ, ਇਹ ਸਾਨੂੰ ਦੱਸਣ ਦੀ ਲੋੜ ਨਹੀਂ। ਪਰ पता की है जी, ये अधिकार क्षेत्र सरकार का है ना, ये सरकार तय करेगी कमीशन की अधीनगी च बनाना, विरोधी धिर थोड़ी तय करेगी। नहीं, विरोधी धिर नहीं करेगी, पर ये सरकार नूं लग्या कि रणजीत कमीशन ज्यादा देखो ਜਿਹੜਾ ਇਹਦਾ ਪ੍ਰੀਫੇਸ ਹੈ, ਉਸ ਪ੍ਰੀਫੇਸ ਵਿੱਚ ਜਿਹੜਾ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਇਹ ਬੰਦੇ ਨਾਮਜ਼ਦ ਨਹੀਂ ਕਰ ਸਕਿਆ। ਜਿਹੜਾ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਹੈ, ਆਪਣੀਆਂ ਆਬਜ਼ਰਵੇਸ਼ਨ ਦੇਤੀਆਂ, ਬੰਦੇ ਨਾਮਜ਼ਦ ਨਹੀਂ ਕਰ ਸਕਿਆ, ਇਸ ਕਰਕੇ ਰਣਜੀਤ ਸਿੰਘ ਨੂੰ ਬਣਾਇਆ ਜਾਂਦਾ ਤਾਂ ਕਿ ਇਹ ਬਰੀਕੀ ਨਾਲ ਕਨਕਲੂਸਿਵ ਰਿਪੋਰਟ ਦੇਵੇ। ਕੀ ਇਸ ਰਿਪੋਰਟ ਨੂੰ ਕਨਕਲੂਸਿਵ ਕਿਹਾ ਜਾ ਸਕਦਾ ਹੈ? ਕੀ ਇਸ ਰਿਪੋਰਟ ਨੂੰ ਪਰਫੈਕਟ ਕਿਹਾ ਜਾ ਸਕਦਾ ਹੋਰ ਗੱਲਾਂ ਛੱਡ ਕੇ? ਤੁਹਾਡੀ ਨਜ਼ਰ 'ਚ ਨਹੀਂ, ਸਰਕਾਰ ਤਾਂ ਕਹਿੰਦੀ ਮੇਰੀ ਪਰਫੈਕਟ ਰਿਪੋਰਟ ਹੈ, ਮੈਂ ਨਹੀਂ, ਬੜੀਆਂ ਸਿਫਾਰਿਸ਼ਾਂ ਮੰਨਣੀਆਂ ਸ਼ੁਰੂ ਵੀ ਕਰਤੀਆਂ ਨੇ ਸਰਕਾਰ ਨੇ। ਮੈਂ ਗੱਲ ਦੱਸਾਂ, ਸਰਕਾਰ ਨੇ ਤਾਂ ਜੋ ਕੁਝ ਕਰਨਾ ਸਰਕਾਰ ਦੇ ਸਾਹਮਣੇ ਆ ਗਿਆ। ਪਹਿਲਾਂ ਤਾਂ ਆਪ ਹੀ ਦੇਖ ਲਓ ਕਿ ਤੁਸੀਂ ਜੱਜ ਸਾਹਿਬ ਹੀ ਕੱਲ ਕਹਿ ਰਹੇ ਆ, ਮੈਂ ਮੇਰਾ ਖਿਆਲ ਤੁਹਾਡੇ ਚੈਨਲ ਤੇ ਆ ਕਿ ਲੀਕ ਕਿਵੇਂ ਹੋਈ। ਹੁਣ ਰਿਪੋਰਟ ਤਿਆਰ ਕੀਤੀ ਜੱਜ ਸਾਹਿਬ ਨੇ, ਦਿੱਤੀ ਚੀਫ ਮਿਨਿਸਟਰ ਨੂੰ, ਉਦੋਂ ਬਾਅਦ ਗਈ ਹੈ ਆਫੀਸ਼ੀਅਲੀ ਹੋਮ ਸੈਕਟਰੀ ਕੋਲ ਤੇ ਐਡਵੋਕੇਟ ਜਨਰਲ ਕੋਲ। ਦੋ ਮਗਰਲੇ ਬੰਦੇ ਸੀਐਮ ਆਫਿਸ ਨਾਲ ਲਿੰਕਡ ਨੇ ਜਾਂ ਜੱਜ ਸਾਹਿਬ ਨੇ। ਪਰ ਮੈਂ ਇੱਕ ਸਵਾਲ ਸਿੱਧਾ ਤੁਹਾਡੇ ਰਾਹੀਂ ਦਰਸ਼ਕਾਂ ਨਾਲ ਸਾਂਝਾ ਕਰਦਾ ਕਿ ਹੁਣ ਤਾਂ ਜੱਜ ਸਾਹਿਬ ਕਹਿੰਦੇ ਆ ਕਿ ਸਰਕਾਰ ਦੱਸੇ ਕਿ ਲੀਕ ਕਿਹਨੇ ਕੀਤੀ ਹੈ, ਪਰ ਜਦ ਹਲੇ ਰਿਪੋਰਟ ਬਣੀ ਵੀ ਨਹੀਂ ਸੀ, ਰਿਪੋਰਟ ਪਬਲਿਕ ਵੀ ਨਹੀਂ ਸੀ ਹੋਈ, ਉਦੋਂ ਸਿਲੈਕਟਿਵ ਲੀਕ ਕਿਹਨੇ ਕੀਤੇ?
ਉਦੋਂ ਸਰਕਾਰ ਦਾ ਰੋਲ ਤਾਂ ਕੋਈ ਨਹੀਂ ਸੀ ਨਾ। ਜਦ ਕੋਈ ਚੀਜ਼ ਉਹਨਾਂ ਨੂੰ ਲੱਗਦੀ ਸੀਗੀ, 0 ਡੇ ਤੋਂ ਕਮਿਸ਼ਨ ਨੇ ਰੋਲ ਕੀ ਕੀਤਾ ਕਿ ਆਇਲ ਜੀ ਲੀਕ ਕਰੋ ਜਿਹਦੇ ਨਾਲ ਅਕਾਲੀ ਲੀਡਰਸ਼ਿਪ, ਅਕਾਲੀ ਦਲ ਦੇ ਪ੍ਰੈਜ਼ੀਡੈਂਟ, ਅਕਾਲੀ ਦਲ ਦੇ ਪੈਟਰਨ ਜਾਂ ਸ਼੍ਰੋਮਣੀ ਕਮੇਟੀ ਦਾਗੀ ਹੋਵੇ। ਉਹਨਾਂ ਨੇ ਉਹ ਲੀਕ ਕੀਤੀ। ਉਹ ਕਿਉਂ ਕੀਤੀ? ਇਹ ਕੀ ਇੱਕ ਜੁਡੀਸ਼ੀਅਲ ਆਫੀਸਰ ਦਾ ਕਿਰਦਾਰ ਹੈ। ਜਿੰਨਾ ਚਿਰ ਉਹ ਕਿਸੇ ਸਿੱਟੇ ਤੇ ਹੀ ਨਹੀਂ ਪਹੁੰਚਦਾ, ਉਦੋਂ ਪਹਿਲਾਂ ਹੀ ਉਹ ਆਪਣੀਆਂ ਗੱਲਾਂ ਨੂੰ ਸਿਲੈਕਟਿਵ ਤੌਰ ਤੇ ਕਦੇ ਕਿਸੇ ਅਖਬਾਰ 'ਚ ਲੀਕ ਕਰਦੇ, ਕਦੇ ਕਿਸੇ 'ਚ ਕਰਦੇ। ਉਹਦੇ ਨਾਲ ਫਰਕ ਕੀ ਪੈਂਦਾ? ਉਹ ਚੀਜ਼ ਤਾਂ ਆਣੀ ਹੋਈ ਹੈ ਨਾ, ਬਾਹਰ ਤਾਂ ਆਣੀ ਹੈ। ਜਾਂ ਤਾਂ ਇਹ ਹੋਵੇ ਕਿ ਉਹ ਬਾਹਰ ਆਏਗੀ ਨਹੀਂ, ਉਹ ਰਿਪੋਰਟ ਦਾ ਇੱਕ ਹਿੱਸਾ ਹੈ। ਉਹ ਰਿਪੋਰਟ ਜਦੋਂ ਜਨਤਕ ਹੋਏਗੀ ਜਾਂ ਰਿਪੋਰਟ ਜਦੋਂ ਟੇਬਲ ਤੇ ਆਏਗੀ, ਉਹ ਚੀਜ਼ਾਂ ਤਾਂ ਉਦੋਂ ਵੀ ਬਾਹਰ ਆਉਣੀਆਂ ਸੀਗੀਆਂ। ਮੈਂ ਹਰਪ੍ਰੀਤ ਜੀ ਤੁਹਾਡੇ ਕੋਲ ਇੱਥੇ ਗੱਲ ਸਪਸ਼ਟ ਕਰਾਂ, ਜਿਹੜਾ ਜੱਜਮੈਂਟ ਕੋਈ ਵੀ ਹੁੰਦੀ ਹੈ, ਭਾਵੇਂ ਉਹ ਕਮਿਸ਼ਨ ਦੀ ਹੈ ਭਾਵੇਂ ਕੁਛ ਹੈ, ਉਹਦੇ 'ਚ ਜਿਹੜਾ ਆਪਰੇਟਿਵ ਪੋਰਸ਼ਨ ਹੁੰਦਾ ਉਹ ਡਿਸੀਜਨ ਹੁੰਦਾ ਕਮਿਸ਼ਨ ਦਾ। ਜਿਹੜੀਆਂ ਪ੍ਰੋਸੀਡਿੰਗਸ ਹੁੰਦੀਆਂ ਨੇ ਉਹ ਰੈਫਰੈਂਸ ਆਰਬਿਟਰੀ ਹੁੰਦਾ, ਉਹਨਾਂ ਦਾ ਲੀਗਲ ਵੈਲਿਊ ਕੋਈ ਨਹੀਂ ਹੁੰਦੀ। ਠੀਕ ਹੈ। ਉਹ ਜਿਹੜੀਆਂ ਲੀਕ ਕਰਦੇ ਰਹੇ ਨੇ ਨਾ, ਉਹ ਵਿੱਚ ਵਾਲੀਆਂ ਪ੍ਰੋਸੀਡਿੰਗਸ ਨੂੰ ਕਰਦੇ ਰਹੇ ਆ, ਜਾਂ ਤਾਂ ਫਾਈਂਡਿੰਗ ਕਰਕੇ ਕਰਦੇ। ਉਹ ਸਿਰਫ ਮੈਸੇਜ ਇੱਕ ਦੇਣਾ ਚਾਹੁੰਦੇ ਸੀਗੇ ਕਿ ਜਿਸ ਪਰਪਸ ਲਈ ਮੈਨੂੰ ਬਣਾਇਆ ਗਿਆ, ਮੈਂ ਉਸ ਪਰਪਸ ਨੂੰ ਅਚੀਵ ਕਰਨ ਵੱਲ ਤੁਰਿਆ ਹੋਇਆ, ਕਾਮਯਾਬ ਹੁੰਦਾ ਕਿ ਨਹੀਂ ਹੁੰਦਾ। He was pleasing his masters only। ਇਹਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਸੀ ਹੋਣਾ। ਮੈਂ ਇੱਕ ਮਿੰਟ ਤਰਲੋਚਨ ਸਿੰਘ ਜੀ ਦਾ ਵੀ ਇੱਥੇ ਤੇ ਰਿਐਕਸ਼ਨ ਲੈ ਲਵਾਂ। ਤਰਲੋਚਨ ਸਿੰਘ ਜੀ, ਤੁਹਾਨੂੰ ਵੀ ਇਹੀ ਲੱਗਦਾ? ਕਿਉਂਕਿ ਕਮਿਸ਼ਨਾਂ ਬਣੀਆਂ, ਤੁਸੀਂ ਵੀ ਵੇਖਿਆ, ਤੁਸੀਂ ਲੰਬੇ ਸਮੇਂ ਤੋਂ ਪੱਤਰਕਾਰੀ ਨਾਲ ਜੁੜੇ ਹੋਏ ਹੋ। ਆਮ ਤੌਰ ਤੇ ਧਾਰਨਾ ਬਣ ਗਈ ਕਿ ਜਿਹੜਾ ਮਾਮਲਾ ਠੰਡੇ ਬਸਤੇ 'ਚ ਬਣਾ, ਇੱਕ ਕਮਿਸ਼ਨ ਕ੍ਰੀਏਟ ਕਰ ਦੋ, ਉਹ ਮਾਮਲਾ ਠੰਡੇ ਬਸਤੇ 'ਚ ਚਲਾ ਗਿਆ। ਔਰ ਖੁਦਾ ਨਾ ਖਾਸਤਾ ਜੇ ਸਰਕਾਰਾਂ ਬਦਲ ਗਈਆਂ ਤੇ ਕਮਿਸ਼ਨ ਦਾ ਤਾਂ ਪੱਠਾ ਹੀ ਬੈਠ ਜਾਂਦਾ। ਇਹ ਆਮ ਤੌਰ ਤੇ ਇੱਕ ਧਾਰਨਾ ਵੀ ਬਣੀ ਹੋਈ। ਨਹੀਂ, ਇਹਦੇ 'ਚ ਇੱਕ ਗੱਲ ਹੁਣ ਵੱਧ ਗਈ ਹੈ, ਸਿਆਸਤ ਇੰਨੀ ਗਿਰ ਗਈ ਹੈ ਜੀ। ਇੱਕ ਤੇ ਇਹ ਹੈ ਵੀ ਜਿਹੜੇ ਮੁੱਦੇ ਨੇ, ਲੋਕਾਂ ਦੇ ਮੁੱਦੇ ਆ, ਕੋਈ ਵੀ ਇਸ਼ੂ ਹੋ ਸਕਦਾ ਵੀ ਕਮਿਸ਼ਨ ਬਿਠਾ ਦਿਓ, ਠੰਡੇ ਬਸਤੇ 'ਚ ਪਾ ਦਿਓ, ਜਦੋਂ ਲੋਕ ਭੁੱਲ ਜਾਣਗੇ ਉਹਦਾ ਭੋਗ ਪਾ ਦਿਓ। ਦੂਸਰਾ ਇਹ ਹੈ ਵੀ ਜਿਹੜੇ ਕਮਿਸ਼ਨ ਨੇ ਉਹ ਇੱਕ ਟੂਲ ਬਣਾ ਲਏ ਆ, ਸਿਆਸੀ ਟੂਲ ਬਣ ਗਏ। ਜਿਹੜਾ ਹੁਕਮਰਾਨ ਆ ਉਹਦਾ ਯਤਨ ਇਹ ਹੁੰਦਾ ਵੀ ਜਦੋਂ ਕੋਈ ਇਲੈਕਸ਼ਨ ਨੇੜੇ ਆਵੇ, ਕੋਈ ਇਸ਼ੂ ਨੇੜੇ ਆਵੇ, ਕਮਿਸ਼ਨ ਬਣਾ ਦਿਓ, ਮੌਕੇ ਤੇ ਆ ਕੇ ਕੁਛ ਤੀਰ ਛੱਡ ਦਿਓ, ਸਿਆਸੀ ਤੀਰ ਛੱਡ ਦਿਓ, ਜਿਹੜਾ ਅਗਲੇ ਨੂੰ ਵਿੰਨਣ ਤੇ ਅਸੀਂ ਉਹਦਾ ਫਾਇਦਾ ਉਠਾ ਲਈਏ। ਦੂਸਰੇ ਪਾਸੇ ਹੁਣ ਅਕਾਲੀ ਦਲ ਅੱਜ ਇੱਥੇ ਬੈਠਾ ਹੈ। ਮੈਂ ਕਹਿੰਦਾ ਵੀ ਇੰਨੀ ਗਿਰਾਵਟ ਆ ਗਈ ਹਰਪ੍ਰੀਤ ਜੀ, ਇਹ ਅਗਲੇ ਸਮੇਂ ਹੋਣਾ ਕੀ ਹੈ? ਜਦੋਂ ਕੋਈ ਪਿਛਲੀ ਸਰਕਾਰ 'ਚ ਬੁੱਕ ਸਕੈਂਡਲ ਆਇਆ, ਹੋਰ ਇਸ਼ੂ ਆਏ, ਜਦੋਂ ਕਮਿਸ਼ਨ ਬੈਠਾ ਤੇ ਕਾਂਗਰਸ ਨੇ ਇੱਕਦਮ ਕਹਿ ਦਿੱਤਾ ਵੀ ਇਹ ਇਹਦਾ ਚਾਚਾ, ਇਹਦਾ ਭਤੀਜਾ, ਇਹਦਾ ਪੀਏ ਰਿਹਾ ਜਾਂ ਇਹਦਾ ਕੇਸ ਲੜਦਾ ਰਿਹਾ, ਅਸੀਂ ਇਹਨੂੰ ਰਿਜੈਕਟ ਕਰਦੇ ਹਾਂ। ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬੈਠਾ, ਉਦੋਂ ਅਕਾਲੀ ਦਲ ਨੇ ਇਹ ਗੱਲ ਕਹਿ ਦਿੱਤੀ। ਹੁਣ ਸਵਾਲ ਤੇ ਇਹ ਪੈਦਾ ਹੁੰਦਾ ਆ, ਇੰਨਾ ਸੈਂਸਿਟਿਵ ਇਸ਼ੂ ਹੈ, ਇਸ ਇਸ਼ੂ ਨੇ ਅਕਾਲੀ ਦਲ ਦਾ ਮਾਂਜਾ ਫੇਰਤਾ ਇਲੈਕਸ਼ਨ 'ਚ ਤੇ ਕਾਂਗਰਸ ਨੂੰ ਬਹੁਤ ਵੱਡਾ ਤਾਜ ਦੇ ਦਿੱਤਾ, ਕਿਉਂਕਿ ਕਾਂਗਰਸ ਨੇ ਬਹੁਤ ਵੱਡਾ ਇਸ਼ੂ ਬਣਾਇਆ ਵੀ ਜਿਹੜੀ ਸਰਕਾਰ ਜਿਹੜੀ ਹੈ ਉਹ ਸਾਡੇ ਗ੍ਰੰਥਾਂ ਦੀ ਰੱਖਿਆ ਨਹੀਂ ਕਰ ਸਕਦੀ, ਉਹ ਹੋਰ ਕੀ ਕਰੇਗੀ। ਹੁਣ ਜਦੋਂ ਇਹਨੂੰ ਤਾਜ ਮਿਲ ਗਿਆ ਇਸ ਇਸ਼ੂ ਨੂੰ ਲੈ ਕੇ, ਪਹਿਲੀ ਗੱਲ ਤੇ ਵੀ ਜਸਟਿਸ ਰਣਜੀਤ ਸਿੰਘ ਤੇ ਜੇ ਇਤਰਾਜ਼ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਗੱਲ ਮੰਨ ਲੈਣੀ ਚਾਹੀਦੀ। ਜੇ ਸਿੰਸੀਅਰ ਹੁੰਦੀ ਮੌਜੂਦਾ ਸਰਕਾਰ ਮੰਨ ਲੈਂਦੇ, ਕੀ ਫਰਕ ਪੈਣਾ ਸੀ? ਕੀ ਫਰਕ ਪੈਂਦਾ? ਜੇ ਆਮ ਤੌਰ ਤੇ ਅਦਾਲਤਾਂ 'ਚ ਵੀ ਹੁੰਦਾ ਹੈ ਕਿ ਜੱਜ ਤੇ ਇਤਬਾਰ ਨਹੀਂ ਹੈ ਤਾਂ ਜੱਜ ਬਦਲਿਆ ਜਾ ਸਕਦਾ। ਹਾਂ, ਵਕੀਲ ਕਹਿ ਦਿੰਦਾ ਵੀ ਇਹ ਨਹੀਂ ਮਨਜ਼ੂਰ ਨਹੀਂ ਗਾ। ਦੂਸਰੀ ਗੱਲ ਇਹ ਹੈ ਵੀ ਜਿਹੜੀ ਇਹ ਰਿਪੋਰਟ ਹੈ, ਰਿਪੋਰਟ ਲੀਕ ਹੋਈ, ਹੁਣ ਦੇਖੋ ਇਹ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਨਾ। ਭਾਵੇਂ ਇਹਦਾ ਅਕਾਲੀ ਦਲ ਦਾ ਨੂੰ ਨੁਕਸਾਨ ਹੋ ਰਿਹਾ, ਫਾਇਦਾ ਹੋ ਰਿਹਾ, ਉਹ ਦੂਸਰੀ ਗੱਲ ਹੈ। ਇਹ ਰਿਪੋਰਟ ਕਿਵੇਂ ਲੀਕ ਹੋ ਗਈ? ਸੀਕ੍ਰੇਟ ਡਾਕੂਮੈਂਟ ਹੈ। ਜਿਵੇਂ ਹੁਣ ਗਰੇਵਾਲ ਸਾਹਿਬ ਨੂੰ ਇਹ ਐਲੀਗੇਸ਼ਨ ਲਾਉਣ ਦਾ ਮੌਕਾ ਮਿਲ ਗਿਆ ਵੀ ਇਹ ਜਾਣਬੁੱਝ ਕੇ ਲੀਕ ਕੀਤੀ, ਉਹ ਪਾਰਟ ਲੀਕ ਕੀਤੇ ਵੀ ਸਾਡੀ ਪਾਰਟੀ ਨੂੰ ਨੁਕਸਾਨ ਪਹੁੰਚੇ। ਇਸ ਤੋਂ ਵੀ ਅਗਲੀ ਗੱਲ ਇਹ ਹੈ ਵੀ ਰਿਪੋਰਟ ਲੀਕ ਹੋ ਗਈ। ਕੈਪਟਨ ਅਮਰਿੰਦਰ ਸਿੰਘ ਉਹਨਾਂ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਵੀ ਇਹ ਰਿਪੋਰਟ ਵਿਧਾਨ ਸਭਾ 'ਚ ਰੱਖੀ ਜਾਏਗੀ ਔਰ ਉੱਥੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਤਾ ਜਾਊਗਾ। ਕੁਛ ਦਿਨਾਂ ਬਾਅਦ ਅਚਨਚੇਤ ਉਹ ਪ੍ਰੈਸ ਕਾਨਫਰੰਸ ਕਰਦੇ ਨੇ, ਪ੍ਰੈਸ ਕਾਨਫਰੰਸ 'ਚ ਅਨਾਉਂਸ ਕਰਦੇ ਨੇ ਵੀ ਇਹ CBI ਨੂੰ ਦਿੱਤੀ ਜਾਊਗੀ, CBI ਇਹਦਾ ਨਿਬੇੜਾ ਕਰੂਗੀ। ਫਿਰ ਆਮ ਆਦਮੀ ਪਾਰਟੀ ਨੇ ਐਲੀਗੇਸ਼ਨ ਲਾਤਾ ਵੀ ਕਾਂਗਰਸ ਜਿਹੜੀ ਹੈ ਉਹ ਅਕਾਲੀ ਦਲ ਦਾ ਬਚਾਅ ਕਰਨਾ ਚਾਹੁੰਦੀ, ਕੈਪਟਨ ਸਾਹਿਬ ਬਚਾਅ ਕਰਨਾ ਚਾਹੁੰਦੇ ਆ। ਫਿਰ ਹੁਣ ਪਰਸੋਂ ਕੱਲ੍ਹ ਜਿਹੜੀ ਹੈ ਵਿਧਾਨ ਸਭਾ 'ਚ ਰਿਪੋਰਟ ਜਿਹੜੀ ਪੇਸ਼ ਕਰਨੀ ਹੈ। ਸੋ ਮੋਟੇ ਤੌਰ ਤੇ ਗੱਲ ਇਹ ਹੈ ਵੀ ਰਿਟਾਇਰਡ ਜਸਟਿਸ ਦੇ ਆਧਾਰਿਤ ਜਿਹੜੇ ਕਮਿਸ਼ਨ ਬੈਠਦੇ ਨੇ, ਇਹ ਗੱਲ ਸਾਫ਼ ਹੋ ਗਈ ਹੈ, ਆਲਮੋਸਟ ਜੇ ਨਹੀਂ ਤਾਂ 90% ਸਾਫ਼ ਹੋ ਗਈ ਹੈ ਵੀ ਇਹ ਇੱਕ ਤੇ ਸਿਆਸੀ ਟੂਲ ਵਜੋਂ ਵਰਤੀ ਜਾਂਦੀ ਹੈ, ਤੇ ਨੰਬਰ 2 ਜਿਹੜੀ ਤੁਸੀਂ ਗੱਲ ਕਹੀ ਹੈ ਵੀ ਮੁੱਦਾ ਆਇਆ ਜੇ ਸਰਕਾਰ ਘੇਰੀ ਹੈ, ਕਮਿਸ਼ਨ ਬਿਠਾ ਦਿਓ,
ਠੰਡੇ ਬਸਤੇ 'ਚ ਪਾ ਦਿਓ ਤੇ ਲੋਕਾਂ ਨੂੰ ਭੁਲਾ ਦਿਓ। ਇੱਕ ਗੱਲ ਤਰਲੋਚਨ ਜੀ, ਜਿਹੜੀ ਗੱਲ ਕੱਲ ਵੀ ਰਣਜੀਤ ਸਿੰਘ ਹੋਰਾਂ ਤੋਂ ਪੁੱਛੀ ਗਈ ਸੀਗੀ ਵੀ ਇੱਕ ਗੰਭੀਰ ਮਸਲਾ ਹੈ ਕਿ ਤੁਹਾਡੀ ਰਿਪੋਰਟ ਲੀਕ ਕਿਵੇਂ ਹੋ ਗਈ। ਜਸਟਿਸ ਰਣਜੀਤ ਸਿੰਘ ਹੋਰਾਂ ਨੇ ਸਾਫ਼ ਸ਼ਬਦਾਂ 'ਚ ਕਿਹਾ ਕਿ ਇਹ ਸਾਡੇ ਪੱਖ ਤੋਂ ਲੀਕ ਨਹੀਂ ਹੋਈ, ਇਸ ਗੱਲ ਦੀ ਮੈਂ ਗਰੰਟੀ ਲੈਣਾ, ਇਹ ਲੀਕ ਹੋਈ ਹੈ ਤਾਂ ਸਰਕਾਰ ਦੇ ਪੱਖ ਤੋਂ ਲੀਕ ਹੋਈ ਹੈ। ਫਿਰ ਇਹ ਇੱਕ ਵੱਡਾ ਐਲੀਗੇਸ਼ਨ ਤਾਂ ਖੁਦ ਜਿਹੜਾ ਕਮਿਸ਼ਨ ਬੈਠਿਆ ਹੈ ਉਹਨੇ ਹੀ ਸਰਕਾਰ ਤੇ ਲਗਾ ਦਿੱਤਾ ਜੀ, ਇਹ 'ਚ ਕੋਈ ਸ਼ੱਕ ਹੀ ਨਹੀਂ ਗਾ। ਦੇਖੋ ਕਮਿਸ਼ਨ ਸਰਕਾਰ ਨੇ ਬਿਠਾਇਆ, ਇਹ ਜੋ ਲੀਕ ਹੋਇਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਸਰਕਾਰ ਨੂੰ ਇਹਦਾ ਖਮਿਆਜਾ ਵੀ ਭੁਗਤਣਾ ਪੈ ਰਿਹਾ। ਲੀਕ ਹੋਣ ਦਾ ਅਕਾਲੀ ਦਲ ਤੇ ਇਹ ਕਹਿ ਰਿਹਾ ਵੀ ਸਾਨੂੰ ਬਦਨਾਮ ਕਰਨ ਲਈ ਲੀਕ ਕੀਤਾ ਗਿਆ, ਪਰ ਹੋਰ ਵਿਰੋਧੀ ਪਾਰਟੀਆਂ ਜਾਂ ਆਮ ਲੋਕ ਜਿਹੜੇ ਨੇ ਉਹ ਇਹ ਗੱਲ ਕਹਿ ਰਿਹਾ ਵੀ ਜਿਵੇਂ ਲੀਕ ਕਰਕੇ ਅਕਾਲੀ ਦਲ ਨੂੰ ਪ੍ਰਪੇਅਰ ਕਰਤਾ ਵੀ ਤੁਸੀਂ ਫਸ ਰਹੇ ਜੇ, ਵਿਧਾਨ ਸਭਾ ਤੋਂ ਪਹਿਲਾਂ ਆਪਣੀ ਤਿਆਰੀ ਕਰ ਲਓ। ਸੋ ਲੀਕ ਕਰਨ ਲਈ ਪੂਰੀ ਤਰ੍ਹਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੈਗੀ ਹੈ। ਠੀਕ ਹੈ, ਚਲੋ ਹੁਣ ਕਿਰਦਾਰਾਂ ਦੀ ਗੱਲ ਕਰਦੇ ਹਾਂ। ਗਰੇਵਾਲ ਸਾਹਿਬ, ਭਾਈ ਹਿੰਮਤ ਸਿੰਘ, ਉਹਦਾ ਇੱਕ ਬਿਆਨ ਜਿਹੜਾ ਆਇਆ ਉਸਨੇ ਪੂਰੇ ਇਸ ਜਿਹੜੀ ਕਮਿਸ਼ਨ ਦੀ ਰਿਪੋਰਟ ਹੈ ਉਹਦੀਆਂ ਧੱਜੀਆਂ ਉਡਾਤੀਆਂ ਨੇ ਤੁਹਾਡੇ ਕਹਿਣ ਦੇ ਮੁਤਾਬਕ। ਉਹਦਾ ਕਹਿਣਾ ਹੈ ਕਿ ਨਾ ਤਾਂ ਮੈਂ ਕੋਈ ਬਿਆਨ ਦਿੱਤਾ, ਨਾ ਮੇਰੇ ਤੋਂ ਬਿਆਨ ਲੈਣ ਲਈ ਕੁਝ ਕਿਹਾ ਗਿਆ, ਅੰਗਰੇਜ਼ੀ ਦੇ ਵਿੱਚ ਬਿਆਨ ਸੀ, ਮੇਰੇ ਤੋਂ ਦਸਤਖਤ ਕਰਾਏ ਗਏ, ਨਾ ਤਾਂ ਮੈਨੂੰ ਪਤਾ ਉਹ ਬਿਆਨ ਕੀ ਸੀਗੇ। ਹਾਂ, ਇੰਨਾ ਜ਼ਰੂਰ ਹੈ ਕਿ ਮੈਨੂੰ ਲਾਲਚ ਵੀ ਦਿੱਤਾ ਗਿਆ। ਪਰ ਕੁਝ ਲੋਕ ਔਰ ਸਰਕਾਰੀ ਧਿਰਾਂ ਜਿਹੜੀਆਂ ਕਾਂਗਰਸ ਦੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਇੱਕ ਡੀਲ ਦੇ ਤਹਿਤ ਸਭ ਕੁਝ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਡੀਲ ਕੀਤੀ ਹਿੰਮਤ ਸਿੰਘ ਨਾਲ, ਉਸਦੇ ਬਿਆਨ ਬਦਲਾਏ, ਉਸਨੂੰ ਕਿਹਾ ਗਿਆ ਕਿ ਤੂੰ ਇਹ ਕਹਿ ਕਿ ਇਹ ਮੇਰੇ ਬਿਆਨ ਨਹੀਂ ਨੇ, ਫਰਜ਼ੀ ਬਿਆਨ ਨੇ। ਡੀਲ ਹੋਈ ਹੈ ਕੋਈ? ਦੇਖੋ, ਜਿਹੜਾ ਆਪ ਜਿਸ ਤਰ੍ਹਾਂ ਦਾ ਹੋਵੇ ਨਾ ਉਹਨੂੰ ਅਕਸ ਆਪਣਾ ਸ਼ੀਸ਼ੇ ਤੇ ਜਾਂਦਾ। ਡੀਲ ਉਹਨਾਂ ਨੇ ਕੀਤੀ ਸੀ, ਭਾਈ ਹਿੰਮਤ ਸਿੰਘ ਨੇ ਐਕਸਪੋਜ਼ ਕਰਤੀ। ਗੱਲ ਤਾਂ ਬੜੀ, ਦੇਖੋ ਮੈਂ ਇੱਕ ਸੈਕਿੰਡ, ਗਰੇਵਾਲ ਸਾਹਿਬ ਬੜੀ ਹਾਸੋਹੀਣੀ ਗੱਲ ਨਹੀਂ ਲੱਗਦੀ ਕਿ ਭਾਈ ਹਿੰਮਤ ਸਿੰਘ ਉੱਥੇ ਗਿਆ, ਉਹਨੂੰ ਕਹਤਾ ਵੀ ਤੂੰ ਸਾਈਨ ਕਰ ਦੇ ਬਸ, ਉਹਨੇ ਕਿਉਂ ਸਾਈਨ ਕੀਤੇ? ਉਹਨੇ ਪੜਨ ਦੀ ਕੋਸ਼ਿਸ਼ ਨਹੀਂ ਕੀਤੀ। ਸਾਈਨ ਨਹੀਂ। ਦੇਖੋ ਗੱਲ, ਪਹਿਲੀ ਗੱਲ ਇਹਦੀ ਇੱਕ ਗੱਲ 'ਚ ਰਿਪੋਰਟ 'ਚ ਜਿਹੜਾ ਭਾਈ ਹਿੰਮਤ ਸਿੰਘ ਦੀ ਸਟੇਟਮੈਂਟ ਨੂੰ ਰੈਫਰ ਕੀਤਾ ਹੋਇਆ, ਪਹਿਲਾਂ ਤਾਂ ਜੱਜ ਸਾਹਿਬ ਨੇ ਆਪਣੇ ਆਪ ਨੂੰ ਇੱਕ ਮਜ਼ਾਕ ਬਣਾਇਆ। 4 ਸਫ਼ਿਆਂ ਵਿੱਚ ਉਹ ਰਿਪੋਰਟ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪ੍ਰਧਾਨ ਸਾਹਿਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ ਸਿੰਘ ਸਾਹਿਬਾਨ ਨੂੰ ਇਸ ਗੱਲ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਤਾਂ ਸਾਰਾ ਪ੍ਰਭਾਵ ਹੇਠ ਹੋਇਆ। ਸਾਰਾ ਕੁਝ ਤਿਆਰ ਕਰਕੇ ਅਖੀਰਲੇ ਸਿਰੇ 'ਚ ਸਿਰ ਮਾਰ ਕੇ ਜੱਜ ਸਾਹਿਬ ਨੇ ਆਪ ਹੀ ਘੜਾ ਭੰਨਤਾ। ਕਹਿੰਦੇ ਜੋ ਕੁਛ ਇਹ ਕਹਿ ਰਿਹਾ ਹੈ ਇਹ ਮੰਨਿਆ ਨਹੀਂ ਜਾ ਸਕਦਾ, ਇਹਦੀ ਪ੍ਰੈਜ਼ੈਂਸ ਉੱਥੇ ਡਾਊਟਫੁਲ ਹੈ। ਮੈਂ ਹੈਰਾਨ ਆ ਉਸ ਜੁਡੀਸ਼ਲ ਸੋਚ ਤੇ, ਜਿਹੜਾ ਬੰਦਾ ਲਿਖਣ ਵੇਲੇ ਸਾਰੀ ਕਹਾਣੀ ਲਿਖ ਕੇ ਗੱਲ ਲਿਖਦਾ ਨਹੀਂ, ਉਹ 2 ਗੱਲਾਂ ਪਹਿਲਾਂ ਲਿਖ ਸਕਦਾ ਸੀ, ਇਹਦਾ ਐਵੀਡੈਂਸ ਡਜ਼ਨਟ ਕੰਸਪਾਇਰ ਐਨੀ ਕੌਨਫੀਡੈਂਸ, ਮੈਂ ਇਹਨੂੰ ਡਿਸਕਸ ਨਹੀਂ ਕਰਦਾ। ਆਮ ਜੁਡੀਸ਼ਲ ਕੋਰਟਸ ਕਰਦੀਆਂ ਨੇ। ਦੇਖੋ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ, ਇਹ ਕਮਿਸ਼ਨ ਬਣਿਆ ਕਿਸ ਲਈ ਕਿ ਇਨਕਨਕਲੂਸਿਵ ਰਿਪੋਰਟ ਸਰਕਾਰ ਨੇ ਜ਼ੋਰਾ ਸਿੰਘ ਦੀ ਕਹੀ। ਇਹ ਕਮਿਸ਼ਨ ਤੋਂ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਕਿ ਜਿੰਨੀਆਂ ਘਟਨਾਵਾਂ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਉਹਨਾਂ ਦੇ ਵਿੱਚ ਦੋਸ਼ੀਆਂ ਨੂੰ ਪਛਾਣਨ 'ਚ ਕਮਿਸ਼ਨ ਮਦਦ ਕਰੂਗਾ ਤੇ ਇੱਕ ਫਾਇਰਿੰਗ 'ਚ ਕਰੂਗਾ, ਫਾਇਰਿੰਗ ਦੇ ਇਨਸੀਡੈਂਟ ਵਿੱਚ। ਦੇਖੋ ਹਰਪ੍ਰੀਤ ਜੀ, ਇਲਜ਼ਾਮ ਜਿਹਦੇ ਤੇ ਮਰਜ਼ੀ ਲਾ ਦਿਓ, ਮੈਂ ਤੁਹਾਡੇ ਮਾਧਿਅਮ ਰਾਹੀਂ ਮਾਨਯੋਗ ਜੱਜ ਸਾਹਿਬ ਨੂੰ ਵੀ ਤੇ ਕਾਂਗਰਸ ਨੂੰ ਵੀ ਕਹਿਣਾ ਚਾਹੁੰਦਾ, ਪਾਰਟੀ ਨਾਲ ਨਹੀਂ ਮੇਰੇ ਨਾਲ ਹੀ ਡਿਬੇਟ ਕਰ ਲੈਣ। ਜੇ ਉਹ ਮੈਨੂੰ ਮੇਰੇ ਲੀਗਲ ਐਕਸਪੀਰੀਅੰਸ ਦੇ ਬਾਅਦ ਇਹ ਕਨਵਿੰਸ ਕਰ ਦੇਣ ਕਿ ਜੋ ਕੁਝ ਹੋਇਆ ਉਹ ਕਾਨੂੰਨ ਦੇ ਦਾਇਰੇ ਸੀ ਤੇ ਇਮਾਨਦਾਰ ਸੀ। ਮੈਂ ਇੱਕ ਗੱਲ ਮੇਰੀ ਇੱਕ ਸੈਕਿੰਡ, ਤੁਸੀਂ ਹਿੰਮਤ ਸਿੰਘ ਦੀ ਗੱਲ ਕੀਤੀ ਹੈ, ਕਮਿਸ਼ਨ ਤਾਂ ਇਹ ਦਾਅਵਾ ਕਰਦਾ ਹੈ ਕਿ ਹੱਥ ਲਿਖਤ ਹਿੰਮਤ ਸਿੰਘ ਦੀ ਚਿੱਠੀ ਨਾਲ ਨੱਥੀ ਕੀਤੀ ਪਈ ਹੈ, ਉਹ ਤੋਂ ਕਿਵੇਂ ਹਿੰਮਤ ਸਿੰਘ ਮੁਨਕਰ ਹੋ ਜਾਊਗਾ? ਹਰਪ੍ਰੀਤ ਜੀ, ਜੁਡੀਸ਼ੀਅਲ ਪ੍ਰੋਸੀਡਿੰਗ ਐ ਨਹੀਂ ਹੁੰਦੀ ਕਿ ਮੈਂ ਘਰੋਂ ਚਿੱਠੀ ਜਾ ਲਗਾਇਆ ਤੇ ਦਰਖਾਸਤ ਦਿੱਤੀ, ਆ ਲਓ ਜੈਸਾ ਫੜ ਲਓ। ਐਵੀਡੈਂਸ ਰਿਕਾਰਡ ਜੱਜ ਆਪਣੇ ਕੋਲ ਬੈਠ ਕੇ ਕਰਦਾ ਡਿਕਟੇਸ਼ਨ ਦੇ ਕੇ, ਤੇ ਉਹਨੂੰ ਪਹਿਲਾਂ ਦੱਸਦਾ ਹੈ ਕਿ ਇਹ ਐਵੀਡੈਂਸ ਦੇ ਆ ਰੀਪਰਕਸ਼ਨ ਹੋ ਸਕਦੀ। ਕ੍ਰੈਡੀਬਿਲਿਟੀ ਕਮਿਸ਼ਨ ਦੀ ਕੀ ਹੈ? ਪਹਿਲੇ ਗੱਲ ਕਹਿ ਰਿਹਾ ਜੱਜ ਸਾਹਿਬ ਕਿ ਇਹ ਮੈਂ ਗਵਾਹ ਸਮਨ ਨਹੀਂ ਕੀਤਾ, ਮੈਂ ਜਾ ਰਿਹਾ, ਮੇਰੀ ਐਂਟੀਸੀਡੈਂਟਸ ਚੈੱਕ ਕਰੇ ਬਿਨਾ ਜਿਹੜੀਆਂ ਪਿਕਚਰਾਂ ਆਈਆਂ ਜਿਨ੍ਹਾਂ ਦੇ ਆਧਾਰ ਤੇ ਮੈਂ ਗੱਲ ਕਹਿ ਰਿਹਾ, ਬੰਦਾ ਜਾ ਕੇ ਫਾਈਲ ਫੜਾ ਰਿਹਾ, ਜੱਜ ਸਾਹਿਬ ਫੜ ਰਹੇ ਨੇ। ਹਰਪ੍ਰੀਤ ਸਿੰਘ, ਸਭ ਤੋਂ ਜਿਹੜੀ ਹਾਸੋਹੀਣੀ ਗੱਲ ਹੈ, ਮੈਂ 40-45 ਸਾਲ ਦੀ ਮੇਰੀ ਜੁਡੀਸ਼ੀਅਲ ਸਟੈਂਡਿੰਗ ਹੈ, ਅੱਜ ਤੱਕ ਕਦੇ ਕੋਰਟ ਵਿੱਚ ਪਿਕਚਰ ਲੈਂਦੇ ਨਹੀਂ ਕੋਈ ਦੇਖਿਆ। ਉਹ ਜੱਜ ਸਾਹਿਬ ਨੂੰ ਫਾਈਲ ਫੜਾਉਂਦੇ ਪਿਕਚਰ ਕਿਉਂ ਲਈ ਗਈ? ਉਹ ਇਦਾਂ ਲੱਗ ਰਿਹਾ ਜਿਵੇਂ ਨੋਟੀਫਿਕੇਸ਼ਨ ਦੇ ਰਹੇ। ਨਹੀਂ, ਨੋਟੀਫਿਕੇਸ਼ਨ ਨਹੀਂ, ਉਹ ਆਪ ਦੇ ਜਾਣੇ, ਉਹਨਾਂ ਨੂੰ ਹਰ ਡਾਊਟ ਸੀ ਕਿ ਇਹ ਜਿਹੜੀ ਕਹਾਣੀ ਬਣਾਈ ਹੈ ਸਿਰੇ ਨਹੀਂ ਚੜ੍ਹਨੀ। ਉਹ ਐਵੀਡੈਂਸ ਕ੍ਰੀਏਟ ਕਰ ਰਹੇ ਸੀ ਕਿ ਅਸੀਂ ਕੱਲ ਨੂੰ ਇਹ ਨਾ ਕਹਿ ਦੇਣ ਕਿ ਕੋਈ ਤੀਸਰਾ ਬੰਦਾ ਸੀ, ਹਿੰਮਤ ਸਿੰਘ ਆਇਆ ਹੀ ਨਹੀਂ, ਫੋਟੋ ਲਈ ਗਈ। ਇਹ ਜੁਡੀਸ਼ੀਅਲ ਪ੍ਰੋਸੈਸ ਵਿੱਚ ਕੰਟੈਂਪਟ ਆਫ ਕੋਰਟ ਹੈ, ਕੋਰਟ ਦੇ ਵਿੱਚ ਪਿਕਚਰ ਲੈਣਾ। ਤੁਸੀਂ ਦੇਖੋ ਕਿੰਨੇ ਇੰਪੋਰਟੈਂਟ ਬੰਦਿਆਂ ਦੇ ਕੇਸ ਜਾਂਦੇ ਆ, ਜਦੋਂ ਕੋਰਟ ਚੋਂ ਨਿਕਲਦੇ ਉਦੋਂ ਪਿਕਚਰ ਲੈ ਜਾਂਦੇ। ਗੱਲਾਂ ਨਾਲ ਲੱਗ ਰਹੀਆਂ ਮੈਨੂੰ, ਇਹ ਗੱਲ ਤਾਂ ਸਮਝਾਓ ਫਿਰ ਹਿੰਮਤ ਸਿੰਘ ਕਰ ਕੀ ਰਿਹਾ ਸੀ ਉੱਥੇ? ਮੈਂ ਸੁਣੋ ਗੱਲ, ਹਿੰਮਤ ਸਿੰਘ, ਤੁਸੀਂ ਇੱਕ ਗੱਲ ਦੱਸੋ
ਮੈਂ ਚਲੋ ਤੁਹਾਨੂੰ ਪੁੱਛਦਾ ਗਰੇਵਾਲ ਸਾਹਿਬ, ਮੈਂ ਤੁਹਾਨੂੰ ਇਹ ਚਿੱਠੀ ਦੇਣਾ, ਮੈਂ ਤੁਹਾਨੂੰ ਕਹਿੰਦਾ ਇੱਥੇ ਸਾਈਨ ਕਰ ਦਿਓ, ਤੁਸੀਂ ਕਰ ਦੋਗੇ? ਮੈਂ ਦੱਸਦਾ ਉਸਨੇ ਕਿਉਂ ਕੀਤੇ ਨਹੀਂ, ਸਾਈਨ? ਹਾਲਾਤ ਕ੍ਰੀਏਟ। ਦੂਜੀ ਗੱਲ, ਪਹਿਲਾਂ ਇੱਕ ਮਿੰਟ ਸੁਣ ਲਓ ਨਾ, ਪਹਿਲਾਂ ਪੂਰੀ ਗੱਲ ਸੁਣ ਲਓ। ਦੂਜੀ ਗੱਲ, ਕਮਿਸ਼ਨ ਇਹ ਕਹਿੰਦਾ ਹੈ, ਕੱਲ ਦੀ ਜਿਹੜੀ ਉਹਨਾਂ ਦੀ ਬਿਆਨ ਹੈ ਕਿ ਉਸਦੇ ਹੱਥ ਲਿਖਤ ਜਿਹੜੇ ਬਿਆਨ ਨੇ ਉਹ ਨਾਲ ਕਲਮਬੱਧ ਨੇ, ਜਦੋਂ ਇਹ ਰਿਪੋਰਟ ਵਿਧਾਨ ਸਭਾ ਦੇ ਵਿੱਚ ਆਏਗੀ ਉਹ ਵੀ ਦਿਖਾ ਦਿੱਤੇ ਜਾਣਗੇ। ਫਿਰ ਉਹ ਆਪਣੇ ਹੱਥਾਂ ਨਾਲ ਲਿਖੇ ਹੋਏ ਬਿਆਨਾਂ ਤੋਂ ਕਿਵੇਂ ਮੁਨਕਰ ਹੋ ਸਕਦਾ? ਮੈਂ ਸੁਣੋ ਗੱਲ, ਪਹਿਲੀ ਗੱਲ, ਜਦ ਕਮਿਸ਼ਨ ਕੋਲ ਆ ਰਿਹਾ ਉਹਨੂੰ ਕੌਣ ਲਿਆਇਆ, ਕਿਹਦੇ ਨਾਲ ਆਇਆ, ਉਹਨੂੰ ਕਮਿਸ਼ਨ ਦਾ ਪਤਾ ਕਿਵੇਂ ਲੱਗਿਆ, ਤੇ ਕਮਿਸ਼ਨ ਕੋਲ ਉਹਨੇ ਕਹਿਣਾ ਕੀ ਹੈ, ਉਹਨੂੰ ਕਿਹਨੇ ਤਿਆਰ ਕੀਤਾ ਹੈ, ਇਹ ਕਮਿਸ਼ਨ ਨੂੰ ਐਕਸਪਲੇਨ ਕਰਨਾ ਪਊ। ਮੈਂ ਤੁਰਿਆ ਜਾਣਾ, ਤੁਸੀਂ ਬੈਠੇ ਹੋ, ਮੈਂ ਆ ਕੇ ਪੁੱਛੂੰਗਾ ਤਾਂ ਸਹੀ ਕਿ ਭਾਈ ਸਾਹਿਬ ਡਿਸਕਸ ਕੀ ਕਰ ਰਹੇ ਹੋ, ਤਾਂ ਹੀ ਹਿੱਸਾ ਲਊਂਗਾ ਨਾ। ਜਦੋਂ ਗਿਆ ਉਹਨੂੰ ਉਦੋਂ ਕੀ ਕਹਾਉਣਾ ਚਾਹਿਆ, ਇਹ ਬਿਲਕੁਲ ਸਟੇਜ ਮੈਨੇਜ ਸ਼ੋ ਸੀ, ਜਿਹਦਾ ਬਿਹਾਈਂਡ ਦੀ ਕਰਟਨ ਮੇਨ ਪਲੇਅਰ ਸੀ ਸੁਖਜਿੰਦਰ ਸਿੰਘ ਰੰਧਾਵਾ, ਜੇਲ੍ਹ ਮਿਨਿਸਟਰ, ਜਿਹਨੇ ਆਪਦੇ ਜਾਣੇ ਪੋਲੀਟੀਕਲ ਮਾਈਲੇਜ ਰਹਿ ਕੇ ਕਾਂਗਰਸ ਵਿੱਚ ਹੀਰੋ ਬਣਨ ਦੀ ਕੋਸ਼ਿਸ਼ ਕੀਤੀ ਕਿ ਆਹ ਲਓ ਤੁਹਾਨੂੰ ਇੱਕ ਇਹੋ ਜਿਹਾ ਗਵਾਹ ਦੇਵਾਂਗਾ ਜਿਹੜਾ ਅਕਾਲੀਆਂ ਦੇ ਤੁਸੀਂ ਉਡਾ ਦਿਓ, ਪਰ ਇਹ ਪਤਾ ਨਹੀਂ ਸੀਗਾ ਕਿ ਇਹ ਹਿਊਮਨ ਬੰਬ ਆ, ਜਿਹਦੇ ਕੋਲ ਹੋਊਗਾ ਉਹਦੇ ਹੀ ਉਡਾਉਣੇ ਆ। ਉਹ ਡੋਨਾਂ ਦੇ ਗਏ। ਦੇਖੋ ਇੱਕ ਗੱਲ ਹੈ, ਇੱਕ ਸਿੰਗਲ ਇਨਸੀਡੈਂਟ ਹੁੰਦਾ ਨਾ ਤਾਂ ਆਪਾਂ ਕਹਿ ਸਕਦੇ ਸੀ। ਅੱਜ ਤੁਸੀਂ ਦੇਖਿਆ ਹਰਬੰਸ ਲਾਲ ਦਾ ਵੀ ਬਿਆਨ, ਹਾਂ ਉਹ ਤੇ ਵੀ ਆਪਾਂ ਕਰਾਂਗੇ। ਨਹੀਂ ਮੈਂ ਤੁਹਾਨੂੰ ਦੱਸਦਾ ਕਿ ਇਟਸ ਵਨ ਆਫਟਰ ਅਨਦਰ। ਹੁਣ ਸਾਰੀ ਰਿਪੋਰਟ ਵਿੱਚ ਤਿੰਨ ਗੱਲਾਂ ਕਮਿਸ਼ਨ ਨੇ ਕੀਤੀਆਂ। ਕਮਿਸ਼ਨ ਨੂੰ ਜਿਸ ਕੰਮ ਲਈ ਬਣਾਇਆ ਸੀ ਉਹ ਚੀਜ਼ ਨਹੀਂ ਕਰ ਸਕਿਆ, ਬੁਰੀ ਤਰ੍ਹਾਂ ਫੇਲ ਹੋਇਆ। ਬਣਾਇਆ ਕਾਹਦੇ ਲਈ ਸੀਗਾ ਕਿ ਸਹੀ ਦੋਸ਼ੀਆਂ ਨੂੰ ਲੱਭੂਗਾ, ਜਿਹੜੀ ਫਾਇਰਿੰਗ ਹੋਈ ਆ ਉਹਦੇ ਘਰ ਲੱਭੂਗਾ, ਤੇ ਉਹ ਫੋਰਸ ਐਕਸੈਸਿਵ ਯੂਜ਼ ਹੋਈ ਹੈ ਕਿ ਨਹੀਂ, ਤੇ ਫਾਇਰਿੰਗ ਕਰਨ ਵਾਲਿਆਂ ਨੂੰ ਆਇਡੈਂਟੀਫਾਈ ਕਰੂਗਾ। ਚਲੋ ਤੁਹਾਡੇ ਮੁਤਾਬਕ ਇਹ ਤਿੰਨ ਚੀਜ਼ਾਂ ਨਹੀਂ ਮੁਕੰਮਲ ਹੋਈਆਂ। ਚਲੋ ਆਪਾਂ ਅੱਗੇ ਵਧਦੇ ਨਾ, ਜਿਹੜੀਆਂ ਬੜੇ ਸਾਰੇ ਸਵਾਲ ਨੇ। ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਸੀ ਕਿ ਇੱਕ ਡੀਲ ਹੋਈ ਹੈ, ਹਿੰਮਤ ਸਿੰਘ ਦੇ ਭਰਾ ਨੂੰ ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵਧੀਆ ਅਹੁਦਾ ਦੇਤਾ, ਹਿੰਮਤ ਸਿੰਘ ਨੇ ਆਪਣਾ ਬਿਆਨ ਬਦਲ ਲਿਆ। ਨਹੀਂ, ਬਿਲਕੁਲ ਗਲਤ। ਸੁਣੋ, ਕੱਢਿਆ ਉਹ ਪਹਿਲਾਂ ਵੀ ਨਹੀਂ ਸੀ, ਕੱਢਿਆ ਬਿਲਕੁਲ ਪਹਿਲਾਂ ਵੀ ਨਹੀਂ ਸੀ, ਉਹ ਸਿੰਘ ਸਾਹਿਬ ਦੀ ਬਦਲੀ ਹੋਈ ਸੀ। ਠੀਕ ਹੈ, ਐਸਾ ਕੀ ਉਹਨਾਂ ਨੇ ਕਰਤਾ ਕਿ ਬਦਲੀ ਤੁਸੀਂ ਹਰਿਮੰਦਰ ਸਾਹਿਬ ਕਰਤੀ? ਇਹ ਗੱਲ ਸੁਣੋ, ਬਦਲੀ ਰੋਜ਼ ਹੁੰਦੀ ਹੈ, ਐਡਮਿਨਿਸਟ੍ਰੇਟਿਵ ਬਦਲੀ ਬੜਾ ਮੁਸ਼ਕਲ ਹੁੰਦਾ, ਬਹੁਤ ਮੁਸ਼ਕਲ ਹੁੰਦਾ। ਗਰੇਵਾਲ ਸਾਹਿਬ ਬੜਾ ਮੁਸ਼ਕਲ ਹੁੰਦਾ। ਤਖਤ ਦਮਦਮਾ ਸਾਹਿਬ ਤੋਂ ਬਦਲੀ ਕਿਤੇ ਹੋਰ ਕੀਤੀ ਗਈ ਹੋਵੇ, ਉੱਤੋਂ ਚੁੱਕ ਕੇ ਫਿਰ ਹਰਿਮੰਦਰ ਸਾਹਿਬ ਬਦਲੀ ਕਰਾਉਣ ਲਈ ਟਿਲ ਦਾ ਜ਼ੋਰ ਲੱਗ ਜਾਂਦਾ। ਸੁਣੋ, ਨਹੀਂ ਕੋਈ ਟਿਲ ਦਾ ਜ਼ੋਰ ਨਹੀਂ ਲੱਗਦਾ। ਸੱਚ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਹ ਹੈੱਡ ਗ੍ਰੰਥੀ ਸੀ, ਉਦੋਂ ਬਾਅਦ ਉਹਨਾਂ ਨੂੰ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਰਹਿ ਗਿਆ। ਤਖਤ ਦਮਦਮਾ ਸਾਹਿਬ ਤੋਂ ਬਾਅਦ ਉਹਨਾਂ ਨੂੰ ਹਰਿਆਣੇ 'ਚ ਬਦਲਿਆ ਗਿਆ। ਉਹਨਾਂ ਨੇ ਉੱਥੇ ਜੁਆਇੰਟ ਤੋਂ ਰਿਲੈਕਟੈਂਸ ਸ਼ੋਅ ਕੀਤੀ। ਪ੍ਰਧਾਨ ਸਾਹਿਬ ਨੇ ਉਹਨਾਂ ਦੀ ਇੱਕ ਨਹੀਂ ਬਦਲੀ ਹੋਈ, ਅਨੇਕਾਂ ਬਦਲੀਆਂ ਹੋਈਆਂ ਜਿਹੜੀਆਂ ਆਊਟਸਾਈਡ ਸਟੇਟ ਕੀਤੀਆਂ ਸੀਗੀਆਂ। ਉਹਨਾਂ ਦੇ ਸਰਕਮਸਟੈਂਸਸ ਕੰਸੀਡਰ ਕਰਕੇ ਉਹਨਾਂ ਨੂੰ ਕੋਈ ਪ੍ਰਮੋਸ਼ਨ ਨਹੀਂ ਦਿੱਤੀ ਗਈ, ਜਿਹੜੀ ਪੋਸਟ 'ਤੇ ਸੀ ਉੱਥੇ ਲਾਇਆ ਗਿਆ। ਤੇ ਇੱਕ ਗੱਲ ਸੁਣੋ ਮੇਰੀ, ਘਰ ਵਾਪਸੀ ਹੋ ਗਈ? ਨਹੀਂ, ਇੱਕ ਘਰ ਵਾਪਸੀ ਨਹੀਂ। ਹਿੰਮਤ ਸਿੰਘ ਆਪ ਵੀ EMPLOYE ਸੀ SGPC ਦਾ, ਉਹਨੂੰ ਤਾਂ ਨਹੀਂ ਲਾਇਆ ਨਾ। ਹਿੰਮਤ ਸਿੰਘ, ਗੁਰਮੁਖ ਸਿੰਘ ਦਾ ਇੱਕ ਗੱਲ ਸੁਣੋ, ਡੀਲ ਭਰਾ ਦੇ ਜ਼ਰੀਏ ਨਹੀਂ, ਨੋ, ਬਿਲਕੁਲ ਗਲਤ, ਬਿਲਕੁਲ ਗਲਤ। ਮੈਨੂੰ ਇੱਕ ਗੱਲ ਦੱਸੋ, ਇਹ ਮੈਨੂੰ ਲੱਗਦਾ ਕਿ ਕਾਂਗਰਸ ਦੀ ਮੰਤਰੀ ਤਾਂ ਇੱਥੇ ਤੱਕ ਕਹਿ ਰਹੇ ਨੇ ਮੁਕਰ ਗਿਆ ਸੋ ਮਰ ਗਿਆ, ਤੁਹਾਡੇ ਹੈੱਡ ਗ੍ਰੰਥੀ ਸਾਹਿਬ ਨੂੰ ਉਹ ਮੁਰਦਾ ਕਹਿ ਰਹੇ ਨੇ। ਪੁੱਛੋ ਫਿਰ ਇਹਦਾ ਮਤਲਬ ਉਹਨਾਂ ਦੀ ਡੀਲ ਹੈੱਡ ਗ੍ਰੰਥੀ ਨਾਲ ਹੋਈ ਸੀ? ਉਹ ਦੱਸਣ। ਮੈਂ ਉਹ ਇਹੀ ਗੱਲ ਤੁਹਾਨੂੰ ਕਹਿਣੀ ਸੀ, ਚੰਗਾ ਹੋ ਗਿਆ ਤੁਸੀਂ ਪੁੱਛ ਲਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਗੁਰਮੁਖ ਸਿੰਘ ਮੁੱਕਰ ਗਿਆ ਤੇ ਮਰ ਗਿਆ, ਕਿ ਨਾ ਗੁਰਮੁਖ ਸਿੰਘ ਦੇ ਬਿਆਨ ਨਾ ਗੁਰਮੁਖ ਸਿੰਘ ਮੁੱਕਰਿਆ। ਨਹੀਂ, ਪਰ ਉਹਦਾ ਕਹਿਣਾ ਕਿ ਡੀਲ ਉਸਦੇ ਜ਼ਰੀਏ। ਨਹੀਂ, ਮੇਰੀ ਗੱਲ ਸੁਣੋ, ਉਹ ਹਿੰਮਤ ਸਿੰਘ ਨੂੰ ਕਹੇ ਕਿ ਮੁੱਕਰ ਗਿਆ ਕਿ ਮਰ ਗਿਆ, ਇਹ ਤਾਂ ਜ਼ਾਹਰ ਕਰਦੇ ਆ ਕਿ ਉਹ ਕਰਦੇ। ਦੇਖੋ ਹਰਪ੍ਰੀਤ ਜੀ, ਕਿੱਥੇ ਇੰਪੋਰਟੈਂਟ ਗੱਲ ਹੋਰ, ਤੁਸੀਂ ਬੜੀ ਵੱਡੀ ਇਸ਼ੂ ਲਈ ਹੈ। ਕੱਲ ਕਿਸੇ ਟੈਲੀਵਿਜ਼ਨ ਤੇ ਉਹ ਦਿਖਾ ਰਹੇ ਸੀਗੇ ਕਿ ਆਪਣਾ ਜੀ ਗੁਰਮੁਖ ਸਿੰਘ ਨੇ ਪਹਿਲਾਂ ਆ ਗੱਲ ਕਹੀ, ਉਹ ਵੀ ਗੱਲ ਮੈਂ ਸਾਰੀ ਸੁਣੀ, ਕੋਈ ਡੈਮੇਜਿੰਗ ਨਹੀਂ ਸੀ ਉਹਦੇ 'ਚ। ਜੇ ਕਮਿਸ਼ਨ ਦੇ ਗੱਲ ਇਹ ਨੋਟਿਸ ਸੀ, ਇਹ ਗੁਰਮੁਖ ਸਿੰਘ ਉਹਨਾਂ ਨੇ ਇਹ ਗੱਲ ਕਹੀ, ਜਦ ਕਮਿਸ਼ਨ ਚੱਲ ਰਿਹਾ ਸੀ ਉਦੋਂ ਭਾਈ ਗੁਰਮੁਖ ਸਿੰਘ ਹੋਣੀ ਤਖਤ ਦੇ ਜਥੇਦਾਰ ਨਹੀਂ ਸਨ। ਇਹ ਭਾਈ ਗੁਰਮੁਖ ਸਿੰਘ ਉਹਨਾਂ ਨੂੰ ਨੋਟਿਸ ਕੱਢ ਕੇ ਉਹਦੀ ਕਨਫਰਮੇਸ਼ਨ ਲੈਂਦੇ ਕਿ ਆਹ ਚੀਜ਼ ਤੁਹਾਨੂੰ ਐਟਰੀਬਿਊਟ ਕੀਤੀ ਜਾਂਦੀ ਹੈ। ਦੇਖੋ ਜਿਹੜੇ ਸੀਕੁਐਂਸ ਆ ਨਾ ਇਵੈਂਟਸ ਦੇ, ਉਹ ਜ਼ਾਹਰ ਕਰਦੇ ਆ ਕਿ ਇਹ ਬੜਾ ਕਮਿਸ਼ਨ ਇਸ ਗੱਲੋਂ ਜਦ ਬੇਵੱਸ ਹੋ ਗਿਆ ਕਿ ਉਹਨੂੰ ਕੁਛ ਨਾ ਲੱਭਿਆ ਜਿਹਦੇ ਨਾਲ ਅਕਾਲੀ ਦਲ ਜਾਂ ਅਕਾਲੀ ਦਲ ਦੇ ਪੈਟਰਨ ਜਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਕਿਸੇ ਤਰ੍ਹਾਂ ਸ਼ਿਕੰਜਾ ਪਾਵੇ। ਉਦੋਂ ਬਾਅਦ ਇਹਨੇ ਕੀ ਕੀਤਾ, ਥਰਡ ਡਿਗਰੀ ਕਿ ਤੁਰਿਆ ਜਾਂਦਾ ਹਿੰਮਤ ਸਿੰਘ ਦੇ ਬਿਆਨ ਲਿਖਾ ਲਓ। ਸਾਰ ਸਾਹਿਬ ਬਿਆਨ ਕਿਵੇਂ ਹੁੰਦੇ ਆ, ਕਿੰਨੇ ਵਿਟਨੈਸ ਗਏ ਨੇ। ਪਰ ਹਿੰਮਤ ਸਿੰਘ ਦੀ ਅੰਤਰਾਤਮਾ ਹੁਣ ਕਿਉਂ ਜਾਗ ਗਈ, ਪਹਿਲਾਂ ਕਿਉਂ ਨਾ ਜਾਗੀ? ਸੁਣੋ ਮੇਰੀ ਗੱਲ, ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਮਾਨਯੋਗ ਮੁੱਖ ਮੰਤਰੀ ਜੀ ਦੀ ਆਤਮਾ ਨੂੰ 60 ਵਜੇ ਕਾਂਗਰਸ ਛੱਡਤੀ, ਠੀਕ ਹੈ ਨਾ ਜੀ। ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਦੁਬਾਰਾ ਤੁਸੀਂ ਕਾਂਗਰਸ ਚਲੇ ਗਏ, ਕੀ ਹਾਲਾਤ ਬਦਲੇ ਨੇ? ਜਿਹੜੇ ਅੱਜ ਹਿੰਮਤ ਸਿੰਘ ਨੂੰ ਆਪਾਂ ਤਰਕ ਤਾਂ ਹੋਏਗਾ ਨਾ, ਤਰਕ ਨਹੀਂ। ਮੈਨੂੰ ਇੱਕ ਗੱਲ ਦੱਸਣ, ਜਿਹੜੇ ਕਾਂਗਰਸ ਵਾਲੇ ਹਿੰਮਤ ਸਿੰਘ ਦੀ ਆਤਮਾ ਤੇ ਕਰਦੇ ਆ, ਉਹ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਪੁੱਛਣ
ਕਿ ਤੁਹਾਡੀ ਆਤਮਾ ਜਿਹੜੀ ਤੁਸੀਂ ਭਗਤ ਸਿੰਘ ਦੀ ਸਮਾਧ ਤੇ ਸਹੁੰ ਖਾ ਕੇ ਕਹਿੰਦੇ ਸੀ ਮਿੱਟੀ ਹੱਥ 'ਚ ਫੜ ਕੇ ਕਿ ਨਾ ਕਾਂਗਰਸ ਨਾ ਅਕਾਲੀ ਦਲ ਦੋਹਾਂ 'ਚ ਨਹੀਂ ਜਾਊਂਗਾ, ਹਾਲਾਤ ਬਦਲੇ ਨਾ। ਜੇ ਹਿੰਮਤ ਸਿੰਘ ਨੂੰ, ਮੈਂ ਤਾਂ ਕਹਿੰਦਾ ਸਾਨੂੰ ਬਲੇਸਿੰਗ ਇਨ ਡਿਸਗਾਈਜ਼ ਸਾਬਤ ਹੋਈ। ਜੇ ਰਿਪੋਰਟ ਲੀਕ ਨਾ ਹੁੰਦੀ ਹਿੰਮਤ ਸਿੰਘ ਨੂੰ ਪਤਾ ਨਹੀਂ ਸੀ ਲੱਗਣਾ। ਕੋਈ ਤਰਲੋਚਨ ਸਿੰਘ ਦੀ ਗੱਲ ਠੀਕ ਹੈ ਨਾ ਥੋੜੀ, ਨਹੀਂ ਤੁਹਾਨੂੰ ਫਾਇਦਾ ਪਛਾਣ ਲਈ ਰਿਪੋਰਟ ਲੀਕ ਕੀਤੀ ਨਹੀਂ ਗਈ ਹੈ। ਇਹ ਤਾਂ ਹੁਣ ਸਰਕਾਰ ਦੱਸੇ। ਇਹ ਇਮਤਿਹਾਨ ਹੈ, ਪੇਪਰ ਲੀਕ ਕਰਤਾ, 10ਵੀਂ ਦਾ ਬੋਰਡ ਦਾ ਐਗਜ਼ਾਮ ਹੈ, ਇਹ ਤੁਸੀਂ ਤਿਆਰੀ ਪਹਿਲਾਂ ਹੀ ਕਰ ਲਓ। ਨਹੀਂ, ਇੱਥੇ ਮੈਂ ਤੁਹਾਡੇ ਨਾਲ ਡਿਸਐਗਰੀ ਕਰਦਾ। ਚਲੋ ਹਿੰਮਤ ਸਿੰਘ ਭੁੱਲ ਜਾਓ, ਹਰਬੰਸ ਜਲਾਲ ਭੁੱਲ ਜਾਓ, ਅਕਾਲੀ ਦਲ ਭੁੱਲ ਜਾਓ, RS ਖੱਟੜਾ ਸਿੱਟ ਦਾ ਜਿਹੜਾ ਚੇਅਰਮੈਨ ਹੈ, ਉਹਨਾਂ ਦਾ ਕੱਲ ਜਾਂ ਪਰਸੋਂ ਇੱਕ ਚੈਨਲ ਪੰਜਾਬੀ ਤੇ ਇੰਟਰਵਿਊ ਚੱਲ ਰਹੀ ਸੀ, ਠੀਕ ਹੈ ਜੀ, ਉਹਦੀ ਇੰਟਰਵਿਊ ਸੁਣੀ ਹੈ? ਆਹੋ ਠੀਕ ਹੈ, ਉਹਨੇ ਵੀ ਇਹ ਗੱਲ ਕਹੀ ਕਿ ਸਰਕਾਰ ਨੇ ਕਦੇ ਨਹੀਂ ਨਾ ਇੱਥੇ ਨਹੀਂ, ਉਹ ਸਰਕਾਰ ਵਾਲੀ ਗੱਲ ਮੈਂ ਬਾਅਦ ਚ ਕਰੂੰਗਾ। ਉਹਨਾਂ ਨੇ ਕਮਿਸ਼ਨ ਨੂੰ ਰਿਜੈਕਟ ਕਰਤਾ। ਕਿਵੇਂ ਕਹੋਗੇ ਹੁਣ ਤੁਸੀਂ, ਕਿਵੇਂ ਕਰ ਲਿਆ? ਕਮਿਸ਼ਨ ਕੋਟਕਪੂਰੇ ਲਈ ਜਿਨ੍ਹਾਂ ਨੂੰ ਦੋਸ਼ੀ ਕਰ ਰਿਹਾ, ਉਹ ਕਹਿੰਦਾ ਅਸੀਂ ਐਕਸੈਪਸ਼ਨਲੀ ਗੁੱਡ ਕੰਮ ਕੀਤਾ। ਸਭ ਤੋਂ ਵੱਡਾ ਪੁਲਿਸ ਅਫਸਰ ਨੂੰ ਹੁੰਦਾ ਜਿਹੜਾ ਤੁਹਾਡੇ ਵਿਰੋਧੀ ਬੈਠਾ ਉਹਦੇ ਨਾਲ ਨੈਗੋਸੀਏਸ਼ਨ ਕਰਨੀ। ਅਸੀਂ ਨੈਗੋਸੀਏਸ਼ਨ ਕਰਕੇ ਉੱਥੋਂ ਖਾਲੀ ਕਰਾਇਆ। ਅਸੀਂ ਉੱਥੇ ਜਿਹੜਿਆਂ ਨੂੰ ਉਹਨਾਂ ਨੇ ਦੋਸ਼ੀ ਡਿਕਲੇਅਰ ਕੀਤਾ, ਉਹ DIG ਸਾਹਿਬ ਆਪਣੀ ਇੰਟਰਵਿਊ 'ਚ ਇਨ ਯੂਨੀਫਾਰਮ ਕਹਿ ਰਹੇ ਆ ਕਿ ਜਿਹੜੇ ਅਫਸਰਾਂ ਨੂੰ ਦੋਸ਼ੀ ਕਰਾਰ ਦੇ ਰਹੇ ਉਹ ਸਾਡੇ ਕੋਲ ਕੋਟਕਪੂਰੇ ਚੌਂਕ 'ਚ ਬੈਠੇ ਸੀ ਜਦ ਬਾਈਬਲ ਕਲਾਂ ਗੋਲੀ ਚੱਲੀ ਹੈ। ਫਿਰ ਤੁਸੀਂ ਕਿਵੇਂ ਦੋਸ਼ੀ ਕਰਾਰ ਦਿੱਤੇ? ਤੁਸੀਂ ਕਿਵੇਂ ਦਿੰਦੇ ਹੋ? ਦੇਖੋ, ਮੈਂ ਇਹ ਅਕਾਲੀ ਦਲ ਨਹੀਂ ਕਹਿ ਰਿਹਾ, ਇਹ ਉਸ ਸਰਕਾਰ ਦਾ ਇੱਕ ਜ਼ਿੰਮੇਵਾਰ ਅਫਸਰ ਜਿਹੜਾ ਸਿੱਟ ਦਾ ਇੰਚਾਰਜ ਆ, ਉਹ ਕਮਿਸ਼ਨ ਨੂੰ ਰੱਦ ਕਰ ਰਿਹਾ। ਫਿਰ ਇੱਥੇ ਉਦੋਂ ਬਾਅਦ ਕਮਿਸ਼ਨ ਨੂੰ ਗਵਰਨਮੈਂਟ ਆਪ ਰਿਜੈਕਟ ਕਰ ਰਹੀ ਹੈ। ਕਿਵੇਂ? ਸੁਣ ਲਓ ਗੱਲ ਕਿਵੇਂ। ਕਮਿਸ਼ਨ ਨੇ ਰਿਕਮੈਂਡੇਸ਼ਨ ਦਿੱਤੀ, ਪਰਚਾ ਕਰੋ, ਠੀਕ ਹੈ ਨਾ ਜੀ। ਪਰਚਾ ਕੋਈ ਨਵਾਂ ਨਹੀਂ ਹੋਇਆ। ਜਿਹੜਾ 129 FIR ਸ਼੍ਰੋਮਣੀ ਅਕਾਲੀ ਦਲ ਵੇਲੇ ਰਜਿਸਟਰ ਹੋਇਆ ਸੀ, ਉਹਦੇ ਵਿੱਚ ਜਿਨ੍ਹਾਂ ਨੂੰ 4 ਬੰਦਿਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਕਹਿੰਦੇ ਆ, ਇਹਨਾਂ ਨੇ ਕੀਤਾ। ਜਦ ਸ਼੍ਰੋਮਣੀ ਅਕਾਲੀ ਦਲ ਨੇ ਸਿੱਟ ਬਣਾਈ, ਸੋਤੇ ਦੇ ਕਹਿਣ ਤੇ ਥੱਲੇ ਹੋਈ। ਇੱਕ ਤੁਸੀਂ, ਮੈਂ ਜਿਹੜਾ ਤੁਹਾਡਾ, ਮੈਂ ਇੱਕ ਸੈਕਿੰਡ, ਤੁਸੀਂ ਹਰਪ੍ਰੀਤ ਜੀ ਅਣਪਛਾਤੇ ਪੁਲਿਸ ਮੁਲਾਜ਼ਮ, ਮੈਂ ਸੁਣੋ, ਉਹ ਇਹੀ ਮੈਂ ਗੱਲ ਦਾ ਤੁਹਾਨੂੰ ਜਵਾਬ ਦੇਣ ਲੱਗਾ ਸੀ। ਮੈਂ ਨਾ ਤੁਸੀਂ ਮੇਰੀ ਇੱਕ ਗੱਲ ਸੁਣੋ। ਮੈਂ ਤੁਹਾਡਾ ਪਹਿਲਾ ਐਪੀਸੋਡ ਸੁਣਿਆ ਸੀ, ਤਾਂ ਅੱਜ ਚੰਗਾ ਹੋ ਗਿਆ ਤੁਸੀਂ ਉਸ ਪਾਸੇ ਲਿਆਏ। FIR ਹੈ ਫਸਟ ਇਨਫੋਰਮੇਸ਼ਨ ਰਿਪੋਰਟ। ਉਹ ਕਿਹਦੇ ਆਉਣ ਤੇ ਐਕਸ਼ਨ ਹੁੰਦੀ ਹੈ? ਜੇ ਕੋਈ ਆਰਗੇਨਾਈਜ਼ੇਬਲ ਆਫੈਂਸ ਹੋ ਜਾਵੇ, ਕੋਈ ਵੀ ਬੰਦਾ ਜਾ ਕੇ ਕਹਿ ਸਕਦਾ ਕਿ ਉੱਥੇ 2 ਬੰਦੇ ਮਰ ਗਏ, ਇੰਨਾ ਸਫੀਸ਼ੀਐਂਟ ਹੁੰਦਾ। 2 ਬੰਦੇ ਫਾਇਰਿੰਗ 'ਚ ਮਰੇ, ਅਨਫੋਰਚੂਨੇਟ ਇਨਸੀਡੈਂਟ ਹੋਇਆ। ਕਿਸੇ ਬੰਦੇ ਨੇ ਅੱਜ ਤੱਕ ਸਣੇ ਇਸ ਰਿਪੋਰਟ 'ਚ 192 'ਚ ਕੋਈ ਬੰਦਾ ਮੈਨੂੰ ਦਿਖਾ ਦੇ ਕਿ ਕਮਿਸ਼ਨ ਨੇ ਆਇਡੈਂਟੀਫਾਈ ਕੀਤਾ ਕਿ ਕੌਣ ਸੀ ਫਾਇਰ ਕਰਨ ਵਾਲਾ। ਉਹ ਕਹਿੰਦੇ ਕਮਿਸ਼ਨ ਨੇ ਨਾਮਜ਼ਦ ਕੀਤੇ। ਨੋ ਕਮਿਸ਼ਨ ਨੇ ਸਿਫਾਰਿਸ਼ ਕੀਤੀ ਜਨਾਬ ਕਿ ਆ ਫਲਾਣਾ SSP ਫਲਾਣਾ ਪੁਲਿਸ ਮੁਲਾਜ਼ਮ, ਕਮਿਸ਼ਨ ਦੀ ਰਿਪੋਰਟ ਦੇ ਵਿੱਚ ਨਾਮ ਦਰਜ ਨਹੀਂ ਹੋ। ਤੁਸੀਂ ਹਰਪ੍ਰੀਤ ਜੀ ਨਾਮ ਕੱਲਿਆਂ ਨਾਲ ਨਾ ਦੇਖੋ, ਨਾਮ ਹੈ ਕਿ ਨਹੀਂ? ਇੱਕ ਸੈਕਿੰਡ, ਨਾਮ ਹੈ ਕਿ ਨਹੀਂ ਗਰੇਵਾਲ ਸਾਹਿਬ? ਮੈਂ ਤਾਂ ਇੱਕ ਸੈਕਿੰਡ, ਉਹ ਪੁਲਿਸ ਮੁਲਾਜ਼ਮਾਂ ਦੇ ਕਮਿਸ਼ਨ ਦੇ ਵਿੱਚ ਰਿਪੋਰਟ 'ਚ ਨਾਮ ਹੈਗੇ ਕਿ ਨਹੀਂ? ਮੇਰੀ ਗੱਲ ਤਾਂ ਸੁਣ ਲਓ, ਮੇਰੀ ਗੱਲ ਸੁਣ ਲਓ ਧਿਆਨ ਨਾਲ। FIR ਜਿਹੜਾ ਪਹਿਲਾ ਰਿਕਾਰਡ ਹੋਇਆ, ਉਹਦੇ 'ਚ JRA ਅਫਸਰਾਂ ਦੇ ਨਾਮ ਨੇ। ਉਹਨਾਂ ਦੀ ਪ੍ਰੈਜ਼ੈਂਸ ਪਹਿਲੇ ਕਮਿਸ਼ਨ ਨੇ ਵੀ ਐਡਮਿਟ ਕੀਤੀ ਹੈ, ਇਹਨੇ ਵੀ ਕੀਤੀ ਹੈ। ਇਹਨੇ ਕਿਹਾ ਉਹਨਾਂ ਨੂੰ ਮੁਲਜ਼ਮ ਰੇ ਕਰ ਦਿਓ। ਪਰ ਸਾਰੀ ਰਿਪੋਰਟ ਵਿੱਚ ਦੇਖੋ, ਇੱਕੋ ਵਿਟਨੈਸ ਬਿਆਨ ਸਿੰਘ ਪੇਸ਼ ਹੋਇਆ ਜਿਹਨੇ ਕਿਹਾ ਕਿ ਗੋਲੀ ਲੱਗੀ ਹੈ, AK-47 ਤੋਂ ਲੱਗੀ ਹੈ, ਪਰ ਕੌਣ ਚਲਾ ਰਿਹਾ ਸੀ ਮੈਂ ਆਇਡੈਂਟੀਫਾਈ ਨਹੀਂ ਕਰ ਸਕਦਾ। ਦੇਖੋ, ਕ੍ਰਿਮੀਨਲ ਕੇਸ ਹੈ। ਜਿੰਨਾ ਚਿਰ ਕੋਈ ਬੰਦਾ ਅੱਗੇ ਆ ਕੇ ਇਹ ਕਹਿੰਦਾ ਨਹੀਂਗਾ ਕਿ ਫਲਾਣੇ ਦੀ ਬੰਦੂਕ 'ਚੋਂ ਗੋਲੀ ਚੱਲੀ ਤੇ ਫਲਾਣੇ ਬੰਦੇ ਮਰੇ, ਉਹਨਾਂ ਚਿਰ ਤੁਸੀਂ ਮੁਲਜ਼ਮ ਨਾਮਜ਼ਦ ਨਹੀਂ ਕਰ ਸਕਦੇ। ਫਿਰ ਉਦੋਂ ਵੱਡੀ ਗੱਲ, ਜੇ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਸਰਕਾਰ ਐਕਸੈਪਟ ਕਰਦੀ ਹੈ, ਇੱਕ ਸਿੱਟ ਮੱਲਾਂ ਵਾਲੇ ਤੇ ਗੁਰੂਸਰ ਦੀ ਬਾਣੀ ਹੋਈ ਹੈ, ਚੱਲ ਰਹੀ ਹੈ, ਇਹ ਪਰਚਾ ਦਰਜ ਕਰਕੇ CBI ਨੂੰ ਕਿਉਂ ਦੇ ਰਹੇ ਨੇ? ਦੱਸਣ ਤਾਂ ਸਹੀ ਨਾ। ਠੀਕ ਹੈ, ਸੋ ਸਾਡੀ ਵਿਚਾਰ ਚਰਚਾ ਚੱਲਦੀ ਰਹੇਗੀ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਕੀ ਕਹਿੰਦੀ ਹੈ, ਉਸ ਦੇ ਖੁਲਾਸੇ ਅਸੀਂ ਕਰ ਰਹੇ ਹਾਂ। ਤਰਲੋਚਨ ਸਿੰਘ ਜੀ, ਗੱਲ ਇਹ ਹੈ ਕਿ ਜਦੋਂ ਇਹ ਕਮਿਸ਼ਨ ਬਣਿਆ ਸੀਗਾ, 2-3 ਚੀਜ਼ਾਂ ਜਿਹੜੀਆਂ ਆਮ ਲੋਕਾਂ ਨੂੰ ਸਮਝ ਆਉਂਦੀਆਂ ਨੇ। ਇਹ ਕਮਿਸ਼ਨ ਕਿਉਂ ਬਣਾਇਆ ਗਿਆ? ਪਹਿਲਾ ਕਿ ਜਿਹੜੀ ਬੇਅਦਬੀ ਹੋਈ ਉਹਦੇ ਮੁਲਜ਼ਮ ਕੌਣ ਨੇ, ਉਹ ਫੜੇ ਜਾਣ। ਫਿਰ ਉਸ ਤੋਂ ਬਾਅਦ ਜਿਹੜੀ ਗੋਲੀ ਚੱਲੀ ਉਹਦੇ ਮੁਲਜ਼ਮ ਕੌਣ ਨੇ, ਉਹ ਫੜੇ ਜਾਣ। ਪਰ ਜਦੋਂ ਅਸੀਂ ਇਸ ਰਿਪੋਰਟ ਨੂੰ ਦੇਖਦੇ ਹਾਂ ਜਾਂ ਜਦੋਂ ਬਿਆਨ ਅਸੀਂ ਸੁਣਦੇ ਹਾਂ, ਸਾਨੂੰ ਤਾਂ ਲੱਗਦਾ ਕਿ ਉਹਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ, ਨਾ ਕੋਈ ਬੇਅਦਬੀ ਦੀ ਗੱਲ ਕਰ ਰਿਹਾ, ਨਾ ਗੋਲੀ ਦੀ ਗੱਲ ਕਰ ਰਿਹਾ। ਇਹ ਲੱਗ ਰਿਹਾ ਇੱਕ ਸਰਕਾਰ ਦੂਜੀ ਸਰਕਾਰ ਨੂੰ ਟਾਰਗੇਟ ਕਰਨਾ ਚਾਹੁੰਦੀ ਔਰ ਇਹ ਕਮਿਸ਼ਨ ਨਹੀਂ। ਉਹ ਤਾਂ ਮੈਂ ਪਹਿਲਾਂ ਹੀ ਗੱਲ ਕਹਿਤੀ ਹੈ ਵੀ ਇਹ ਕਮਿਸ਼ਨ ਜਿਹੜੇ ਆ ਟਾਰਗੇਟ ਕਰ ਲਈ ਹੁੰਦੇ ਆ। ਪਰ ਮੈਂ ਹਿੰਮਤ ਸਿੰਘ ਦੀ ਹਿੰਮਤ ਦੀ ਗੱਲ ਜ਼ਰੂਰ ਕਰੂੰਗਾ। ਹਿੰਮਤ ਸਿੰਘ ਗੁਰਮਤ ਸਿੰਘ ਗਿਆਨੀ ਗੁਰਮਤ ਸਿੰਘ ਉਹਨਾਂ ਦਾ ਭਰਾ ਹੈ ਜੀ। ਪਹਿਲਾਂ ਉਹਨੇ ਅਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੇ ਦੋਸ਼ ਲਾਏ ਤੇ ਗਿਆਨੀ ਗੁਰਮੁਖ ਸਿੰਘ ਉਹਨਾਂ ਨੂੰ ਬਦਲ ਦਿੱਤਾ ਗਿਆ। ਉਹਦੇ ਕਾਰਨ ਬਦਲਿਆ ਗਿਆ। ਉਹਦੇ ਕਾਰਨ ਕੋਈ ਛੁਪੀ ਗੱਲ ਹੀ ਨਹੀਂ ਗਈ ਵੀ ਉਹਨੇ ਦੋਸ਼ ਲਾਤੇ, ਖੁੱਲ ਕੇ ਉਹਨੇ ਗੱਲ ਕੀਤੀ। ਉਹ ਸੱਚ ਹੈ ਝੂਠ ਉਹਦੇ ਬਾਰੇ ਪਤਾ ਨਹੀਂ।
ਪਹਿਲੀ ਗੱਲ ਤੇ ਕਾਂਗਰਸ ਐਕਸਪੋਜ਼ ਹੋ ਗਈ। ਉਸ ਬੰਦੇ ਨੂੰ ਵਰਤਣ ਲਈ ਜਿਵੇਂ ਐਲੀਗੇਸ਼ਨ ਲੱਗ ਰਹੇ ਨੇ ਸੁਖਜਿੰਦਰ ਰੰਧਾਵੇ ਨੇ ਜਾਂ ਕੋਈ ਲੈ ਕੇ ਸਾਹਮਣੇ ਆ ਰਹੇ ਨੇ ਬਿਆਨ ਕਰਵਾਏ, ਹਰਪ੍ਰੀਤ ਜੀ ਜਿਵੇਂ ਤੁਸੀਂ ਦੱਸ ਰਹੇ ਜੇ ਉਹ ਕੀ ਕ੍ਰਿਸ਼ਮਾ ਹੋ ਗਿਆ ਵੀ ਗਿਆਨੀ ਗੁਰਮੁਖ ਸਿੰਘ ਹੁਣ ਬਹੁਤ ਵਧੀਆ ਹੋ ਗਏ, ਉਹਨਾਂ ਨੂੰ ਜਿੱਥੇ ਚਾਹੁੰਦੇ ਸੀ ਉੱਥੇ ਲਿਆ ਕੇ ਲਾ ਦਿੱਤਾ। ਉਸ ਤੋਂ ਬਾਅਦ ਹਿੰਮਤ ਸਿੰਘ ਹੋਣਾ ਨੇ ਇਹ ਗੱਲ ਕਹਿਤੀ ਵੀ ਮੈਂ ਤੇ ਬੱਚਾ ਸੀ ਮੇਰੇ ਤੇ ਸਾਈਨ ਕਰਾਤੇ। ਪਹਿਲੀ ਗੱਲ ਤੇ ਹਿੰਮਤ ਸਿੰਘ ਨੇ ਦੋਨਾਂ ਪਾਰਟੀਆਂ ਨੂੰ ਐਕਸਪੋਜ਼ ਕੀਤਾ, ਜੋ ਮੇਰੀ ਸਮਝ ਕਹਿੰਦੀ ਜੋ ਲੋਕ ਸੋਚ ਰਹੇ ਨੇ। ਹੁਣ ਦੂਸਰੀ ਗੱਲ ਜਿਹੜੀ ਆਈ ਹੈ, ਤੁਸੀਂ ਜਿਹੜੀ ਗੱਲ ਕਹਿ ਰਹੇ ਜੇ, ਦੇਖੋ ਇਹਦੇ 'ਚ ਬੜਾ ਕੁਛ ਹੈ। ਇੱਕ ਇਹਦੇ 'ਚ ਬਹੁਤ ਚਰਚਾ ਦਾ ਵਿਸ਼ਾ ਬਣਿਆ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣੀ ਰਾਤ 12 ਵਜੇ 1 ਵਜੇ ਜਾਂ DGP ਜਿਹੜਾ ਆਪਸ 'ਚ ਗੱਲ ਕਰ ਰਿਹਾ। ਦੇਖੋ ਇੱਕ ਗੱਲ ਬੜੀ ਸਾਫ਼ ਹੈ, ਸ਼੍ਰੋਮਣੀ ਅਕਾਲੀ ਦਲ ਦੀ ਘਾਟ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਕਹਿ ਲਈ ਇਸ ਮਾਮਲੇ 'ਚ ਫੇਲ ਹੋ ਗਈ ਵੀ ਇਸ ਸਾਰੇ ਇਸ਼ੂ 'ਚ ਬੇਅਦਬੀ ਦੇ ਮਾਮਲੇ 'ਚ ਜਾਂ ਜਿਹੜਾ ਗੋਲੀ ਕਾਂਡ ਸੀ 2 ਸਿੱਖ ਸ਼ਹੀਦ ਹੋਏ ਉਹ ਪੂਰੀ ਤਰ੍ਹਾਂ ਨੂੰ ਹੱਲ ਕਰਨ 'ਚ ਸਫਲ ਨਹੀਂ ਹੋਈ, ਜਿਹਦੇ ਕਰਕੇ ਇਹਨਾਂ ਨੂੰ ਇਹ ਸਭ ਕੁਝ ਫੇਸ ਕਰਨਾ ਪੈ ਰਿਹਾ। ਪਰ ਗੱਲ ਤੇ ਇਹ ਹੈ ਵੀ ਉਹਦੇ 'ਚ ਹੁਣ ਜਿਵੇਂ ਤੁਸੀਂ ਦੱਸਿਆ ਇਹ ਗੱਲ ਕਹੀ ਯਾਰ ਵੀ ਰਾਤ ਮੁੱਖ ਮੰਤਰੀ ਫੋਨ ਕਰ ਰਿਹਾ, ਜੇ ਇਹਨੂੰ ਦੂਜੇ ਲਹਿਜੇ ਤੇ ਲਈਏ ਤੇਰਾ ਮਤਲਬ ਪੰਜਾਬ ਦੇ ਮੁੱਖ ਮੰਤਰੀ ਰਾਤ ਜਾ ਕੇ ਸਾਰਾ ਮੁੱਦਾ ਦੇਖ ਰਹੇ ਸੀ ਵੀ ਪੰਜਾਬ ਦੇ ਹਾਲਾਤ ਕਿਵੇਂ ਨੇ, ਉਹ ਨਾਲ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ। ਸੋ ਇਹ ਜਿਹੜੀ ਰਿਪੋਰਟ ਹੈ ਇਹਦੇ 'ਚ ਕਈ ਗੱਲਾਂ ਜਿਹੜੀਆਂ ਇਦਾਂ ਦੀਆਂ ਨੇ ਉਹ ਸ਼ੰਕੇ ਪੈਦਾ ਕਰਦੀਆਂ ਨੇ, ਬਿਲਕੁਲ ਸ਼ੰਕੇ ਪੈਦਾ ਕਰਦੀਆਂ ਨੇ ਵੀ ਕਿਤੇ ਨਾ ਕਿਤੇ ਸਿਆਸਤ ਖੇਡੀ ਜਾ ਰਹੀ ਹੈ। ਪਰ ਮੈਂ ਕਹਿੰਦਾ ਵੀ ਇਹ ਸਾਰੀ ਰਿਪੋਰਟ ਸਾਰਾ ਜਿਹੜਾ ਮਾਹੌਲ ਬਣਿਆ ਹਰਪ੍ਰੀਤ ਜੀ ਲੋਕ ਦੇਖਦੇ ਨੇ, ਲੋਕ ਬਹੁਤ ਸਿਆਣੇ ਨੇ, ਇਹ ਮਾਹੌਲ ਕਿਉਂ ਬਣਾਇਆ ਜਾ ਰਿਹਾ ਸਾਰਾ ਸਮਝ ਰਹੇ ਨੇ ਵੀ ਪਹਿਲੋਂ ਅਕਾਲੀ ਦਲ ਜਿਹੜਾ ਸੀ ਉਹਦੇ ਕਿਹੜੇ ਕਾਰਨ ਸੀ, ਇਹਦੇ ਚ ਕਾਰਨ ਵੀ ਕੁਝ ਲਿਖੇ, ਕਿਹੜੇ ਕਾਰਨ ਸੀ ਜਿਹਦੇ ਕਰਕੇ ਇਹ ਬੇਅਦਬੀਆਂ ਦਾ ਇਸ਼ੂ ਜਿਹੜਾ ਇੰਨਾ ਵੱਡਾ ਬਣਿਆ, ਬਾਈਬਲ ਕਾਂਡ ਹੋਇਆ। ਔਰ ਹੁਣ ਜਿਹੜੀ ਕਮਿਸ਼ਨ ਦੀ ਰਿਪੋਰਟ ਆ ਲੀਕ ਕਰਨੀ, CBI ਨੂੰ ਦੇਣੀ, ਰੌਲੇ ਪੈਣੇ ਗੌਲੇ ਪੈਣੇ, ਉਹਦੇ 'ਚ ਬੜਾ ਸਾਫ਼ ਹੋ ਗਿਆ ਵੀ ਕਾਂਗਰਸ ਜਿਹੜੀ ਹੈ ਪਵਿੱਤਰ ਜਿਹੜੇ ਗ੍ਰੰਥ ਸੀ, ਧਾਰਮਿਕ ਗ੍ਰੰਥ ਸੀ ਜਿਨ੍ਹਾਂ ਦੀ ਬੇਅਦਬੀ ਹੋਈ ਸੀ, ਹੁਣ ਉਹਦੇ ਤੇ ਸਿਆਸਤ ਕਰ ਰਹੀ ਹੈ ਔਰ 2019 ਦੀ ਇਲੈਕਸ਼ਨ ਵੱਲ ਦੇਖ ਰਹੀ ਹੈ। ਚਲੋ ਠੀਕ ਹੈ ਗਰੇਵਾਲ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਹਰਬੰਸ ਸਿੰਘ ਜਲਾਲ ਦੀ। ਦੋ ਚੀਜ਼ਾਂ ਨੇ, ਕਮਿਸ਼ਨ ਇਹ ਕਹਿੰਦਾ ਕਿ 9 ਅਕਤੂਬਰ 2017 ਨੂੰ ਜਲਾਲ ਨੇ ਇੱਕ ਚਿੱਠੀ ਦਿੱਤੀ, ਉਸ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਡੇਰਾ ਮੁਖੀ ਦੀ ਇੱਕ ਮੀਟਿੰਗ ਹੁੰਦੀ ਹੈ ਮੁੰਬਈ ਦੇ ਵਿੱਚ ਇੱਕ ਫਿਲਮ ਸਟਾਰ ਦੇ ਵਿੱਚ। ਜਲਾਲਾਬਾਦ ਦੇ ਵਿੱਚ ਅੱਜ ਦੀ ਅਖਬਾਰਾਂ ਦੇ ਵਿੱਚ ਵੀ ਅੱਜ ਉਹਨੇ ਪ੍ਰੈਸ ਕਾਨਫਰੰਸ ਵੀ ਕਹੀ ਹੈ, ਕਹਿੰਦਾ ਮੈਂ ਚਿੱਠੀ ਲਿਖੀ ਹੋਈ ਨਹੀਂ, ਚਿੱਠੀ ਦਿੱਤੀ ਹੋਈ ਨਹੀਂ, ਮੈਂ ਕੈਜੂਅਲੀ ਮਿਲਣ ਗਿਆ ਸੀ ਤਾਂ ਉੱਥੇ ਗੱਲਬਾਤ ਦੇ ਵਿੱਚ ਆਈ, ਪਰ ਮੈਂ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਐਵੇਂ ਦੀ ਕੋਈ ਮੀਟਿੰਗ ਹੋਈ ਹੈ। ਫਿਰ ਚਲੋ ਮੈਂ ਪਹਿਲਾਂ ਇਸ ਗੱਲ 'ਚ ਨਹੀਂ ਪੈਂਦਾ ਕਿ ਉਹ ਗਿਆ ਨਹੀਂ ਗਿਆ, ਕੈਜੂਅਲੀ ਗਿਆ ਨਹੀਂ ਗਿਆ, ਚਿੱਠੀ ਗਿਆ। ਜੋ ਮਾਨਯੋਗ ਜੱਜ ਸਾਹਿਬ ਬੜੇ ਫਾਜ਼ਲ ਕਹਾਉਣ ਦੇ ਕਾਬਲ ਨੇ ਕਿ ਇੱਕ ਬੰਦਾ ਉਹਨਾਂ ਨੂੰ ਜਾ ਕੇ ਇੱਕ ਸਟੋਰੀ ਦੇ ਦਿੰਦਾ, ਠੀਕ ਹੈ ਜੀ, ਐਂਡ ਨਾਮ ਦੇ ਰਿਹਾ ਵਿਦਆਊਟ ਐਨੀ ਸੂਤਰ, ਵਿਦਆਊਟ ਐਨੀ ਪ੍ਰੂਫ। ਹੁਣ ਛੱਡੋ ਗੱਲ, ਸਰਦਾਰ ਸੁਖਬੀਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਨੇ, ਪੋਲੀਟੀਕਲ ਨੇ, ਉਹਨਾਂ ਤੇ ਸ਼ੱਕ ਛੱਡ ਦਿਓ, ਨਾ ਉਹਨਾਂ ਨੂੰ ਪੁੱਛੋ। ਉਹ ਜਿਹੜਾ ਰਾਮ ਰਹੀਮ ਹੈ ਉਹ ਸੰਤ ਆ, ਉਹ ਡੇਰੇ 'ਚ ਬੈਠਾ, ਉਹਨੂੰ ਨਾ ਪੁੱਛੋ। ਤੁਸੀਂ ਅਕਸ਼ੇ ਕੁਮਾਰ ਜੇਲ੍ਹ 'ਚ ਬੈਠਾ ਵੈਸੇ, ਚਲੋ ਜੇਲ੍ਹ ਸੀ, ਜਿੱਥੇ ਵੀ ਬੈਠਾ ਉਸ ਵੇਲੇ ਦੀ ਗੱਲ ਹੈ, ਸ਼ਾਇਦ ਉਦੋਂ ਬਾਹਰ ਹੋਵੇ। ਅਕਸ਼ੇ ਕੁਮਾਰ ਦਾ ਨਾਂ ਲਿਆ ਨਾ ਜੀ, ਬਣਦਾ ਕੀ ਸੀ? ਅਕਸ਼ੇ ਕੁਮਾਰ ਨੂੰ ਨੋਟਿਸ ਕੱਢੋ ਕਿ ਦੇਰ ਆਰ ਐਲੀਗੇਸ਼ਨਸ ਅਗੇਂਸਟ ਯੂ, ਤੇਰੇ ਤੇ ਇਲਜ਼ਾਮ ਲੱਗ ਰਿਹਾ ਕਿ ਤੂੰ ਮੀਟਿੰਗ ਕਰਾ ਕੇ ਆਪਣੇ ਫਲੈਟ 'ਚ ਕੰਮ ਕੀਤਾ। ਉਹਦਾ ਜਵਾਬ ਲਓ, ਕਿਉਂ ਨਹੀਂ ਲਿਆ, ਕਿਉਂ ਨਹੀਂ ਉਹਨੂੰ ਨੋਟਿਸ ਕੱਢਿਆ? ਦੇਖੋ ਜੇ ਇਨਸਾਫ ਦੀ ਗੱਲ ਹੋਵੇ, ਇਨਸਾਫ ਦਾ ਤਰਾਜੂ ਹੋਵੇ, ਤੇ ਜੇ ਜੱਜ ਇਨਸਾਫ ਲੱਭਣਾ ਚਾਹੁੰਦਾ ਹੋਵੇ, ਗਿਣੀ ਮਿੱਥੀ ਰਿਪੋਰਟ ਨਾ ਦੇਣੀ ਚਾਹੁੰਦਾ ਹੋਵੇ, ਤਾਂ ਉਹਦਾ ਪਹਿਲਾ ਕੰਮ ਬਣਦਾ ਸੀ ਅਕਸ਼ੇ ਨੂੰ ਨੋਟਿਸ ਦਿੱਤਾ, ਤੇ ਅਕਸ਼ੇ ਫਿਰ ਉਹਦਾ ਦੁੱਧ ਦਾ ਪਾਣੀ ਦਾ ਪਾਣੀ ਕਰਦਾ ਕਿ ਇਹ ਕਮਿਸ਼ਨ ਕਰਦਾ ਕੀ ਪਿਆ ਜਦ ਉਹਨੂੰ ਨੋਟਿਸ ਦਿੰਦਾ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੋਰ, ਮੈਂ ਤਾਂ ਇੱਕੋ ਗੱਲ ਕਹਿਣਾ, ਪਰ ਇਹ ਕਿਰਦਾਰ ਕਿਵੇਂ ਪੈਦਾ ਹੋ ਰਿਹਾ ਹੈ? ਹਿੰਮਤ ਸਿੰਘ ਕਿਰਦਾਰ ਆ ਗਿਆ, ਇਹ ਜਲਾਲ ਆ ਗਿਆ, ਜਲਾਲ ਨੇ ਬਾਕੀ ਗੱਲਾਂ ਭਾਵੇਂ ਨਾ ਕੀਤੀ ਹੋਣ, ਪਰ ਇਲਜ਼ਾਮ ਤਾਂ ਤੁਹਾਡੇ ਤੇ ਲਾਏ ਨੇ ਨਾ ਕਿ ਤੁਸੀਂ 100 ਕਰੋੜ ਰੁਪਈਆ ਲਿਆ ਜੀ ਫਿਲਮ ਰਿਲੀਜ਼ ਕਰਾਉਣ ਦੇ ਲਈ। ਪਰ ਮੈਨੂੰ ਬੜੀ ਹੈਰਾਨਗੀ ਹੈ ਕਿ ਪੰਜਾਬ ਦੇ ਇਤਿਹਾਸ 'ਚ 100 ਕਰੋੜ ਰੁਪਈਆ ਕਦੇ ਕਿਸੇ ਫਿਲਮ ਨੇ ਕਮਾਇਆ ਹੀ ਨਹੀਂ, ਫਿਰ 100 ਕਰੋੜ ਰੁਪਏ ਦੀ ਆਫਰ ਹੋਏਗੀ ਕਿਉਂ? ਨਹੀਂ ਜੀ ਨਹੀਂ, ਰੇਤੇ ਦਾ ਘਰ ਬਣਾਇਆ ਜੱਜ ਸਾਹਿਬ ਨੇ, ਫਿਰ ਲੱਤ ਮਾਰ ਕੇ ਢਾਤਾ। ਪਹਿਲਾਂ ਲਿਖਦੇ ਆ ਕਿ 100 ਕਰੋੜ ਦੀ ਡੀਲ ਹੋਈ, ਫਿਰ ਕਹਿੰਦੇ ਨਹੀਂ ਮਿਲਿਆ ਤਾਂ ਉਹਨਾਂ ਦੀ ਮਾਫੀ ਵਾਪਸ ਲੈ ਲਈ। ਮਤਲਬ ਕਮਿਸ਼ਨ ਦੀ ਸੈਂਸ ਆਫ ਇਮੈਜੀਨੇਸ਼ਨ ਦੇਖੋ ਆ ਰਿਪੋਰਟ 'ਚ। ਦੇਖੋ ਜੇ ਤਾਂ ਉਹ ਕਹਿ ਦਿੰਦੇ ਕਿ ਪੁਲਿਸ ਉਦੋਂ ਵੀ ਠੀਕ ਚੱਲੀ, ਹੁਣ ਵੀ ਠੀਕ ਚੱਲੀ, ਪੁਲਿਸ ਦੇ ਅਗੇਂਸਟ ਕੁਛ ਨਹੀਂ ਗਿਆ। ਹੁਣ ਉਹਦਾ ਤਾਂ ਹਾਲ ਇਹ ਹੈ ਕਿ ਉਹਨਾਂ ਨੇ ਸ਼ੁਕਰ ਹੈ ਖੱਟੜਾ ਸਾਹਿਬ ਦੀ ਲੋੜ ਤੋਂ ਵੱਧ ਤਾਰੀਫ ਕੀਤੀ ਹੈ, ਹਾਂਜੀ, ਪਰ ਹੁਣ ਜੋ ਖੱਟੜਾ ਸਾਹਿਬ TV ਤੇ ਕਹਿੰਦੇ ਉਹਨੂੰ ਵੀ ਮੰਨ ਲੈਣ।
ਖੱਟੜਾ ਸਾਹਿਬ ਕਹਿੰਦੇ ਪੁਲਿਸ ਨੂੰ ਬਲੇਮ ਕੀਤਾ ਜਾ ਰਿਹਾ, ਬਟ ਪੁਲਿਸ ਹੈਜ਼ ਡਨ ਵੰਡਰਫੁਲ ਜੌਬ। ਕਹਿੰਦਾ ਦੂਸਰੀ ਗੱਲ, ਖੱਟੜਾ ਕਹਿੰਦਾ ਕਿ ਮੈਨੂੰ ਇਹ ਗੱਲ ਕਹਿੰਦੇ ਸੀਗੇ ਕਿ 10 ਦਿਨ 'ਚ ਲੱਭਦੇ ਕੇਸ। ਮੈਂ ਕਿਹਾ ਕਦੇ ਤਬਦੀਸ਼ ਨੂੰ ਪਾਬੰਦ ਨਹੀਂ ਕੀਤਾ ਜਾ ਸਕਦਾ, ਤਬਦੀਸ਼ ਐਨੀ ਹੈ। ਫਿਰ ਤੁਸੀਂ ਉਹਨਾਂ ਦੀ ਇੰਟਰਵਿਊ ਦੀ ਗੱਲ ਸੁਣੋ, ਮੈਂ ਕੋਲੋਂ ਨਹੀਂ ਕਹਿ ਰਿਹਾ, ਇਹ DIG ਕਹਿ ਰਹੇ ਨੇ ਕਿ ਅਸੀਂ 5000 ਸਿਗਨੇਚਰ ਲਏ, ਅਸੀਂ ਟੋਬੇ ਫੋਲੇ, ਅਸੀਂ ਆਹ ਕੰਮ ਕੀਤਾ। ਹੁਣ ਉਹਨਾਂ ਨੇ ਦੇਖੋ ਆ ਵੀ ਗੱਲ ਕੀਤੀ, ਉਦੋਂ ਸਾਡੇ ਤੇ ਇਹ ਵੀ ਇਲਜ਼ਾਮ ਲੱਗਿਆ ਸੀ ਕਿ ਜੀ ਇਹਨਾਂ ਨੇ 2 ਅੰਮ੍ਰਿਤਧਾਰੀ ਮੁੰਡੇ ਫੜ ਲਏ, ਹੈ ਜੀ। ਉਹਨਾਂ ਨੇ ਐਕਸਪਲੇਨ ਨਹੀਂ ਕੀਤਾ ਕਿ ਉਹਨਾਂ ਦੀ ਉਸ ਦਿਨ ਲਿਸਬਨ ਗੱਲ ਹੋਈ, ਫਿਰ ਆਪਸ 'ਚ ਇਹ ਗੱਲ ਹੋਈ ਕਿ ਉਹ ਅੰਗ ਅੱਧੇ ਫਾੜੇ ਨੇ ਕਿ ਨਹੀਂ ਫਾੜੇ, ਉਹਨਾਂ ਦੇ ਕੀਤੇ। ਅਸੀਂ ਜਦ ਉਹਨਾਂ ਨੇ ਨਾਰਕੋ ਟੈਸਟ ਤੋਂ ਭੱਜੇ, ਅਸੀਂ ਉਹਨਾਂ ਦੇ ਅਗੇਂਸਟ ਪ੍ਰੋਸੀਡਿੰਗ ਡ੍ਰੌਪ ਕਰਤੀ। ਫਿਰ ਤੁਸੀਂ ਅੱਗੇ ਹੋਰ ਸੁਣਿਆ ਹੋਣਾ, ਉਹਨਾਂ ਨੇ ਕਿਹਾ 2 ਧਾਰਮਿਕ ਸ਼ਖਸੀਅਤਾਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਰ ਅਸੀਂ ਉਹਨਾਂ ਦੀ ਗੱਲ ਵੀ ਇੰਟਰਸੈਪਟ ਕੀਤੀ ਜਦੋਂ ਕਹਿੰਦੇ ਸੀਗੇ ਕਿ ਉਹ ਤੇਰੇ ਵਾਲੇ ਸਰੂਪ ਦੇ ਅੰਗ ਆ ਕਿ ਮੇਰੇ ਵਾਲੇ ਸਰੂਪ ਦੇ ਅੰਗ ਆ। ਸੋ ਮਤਲਬ ਦੇਖੋ ਇਹਦੇ ਵਿੱਚ ਤੀਸਰੀ ਗੱਲ ਮੈਨੂੰ ਤਾਂ ਹੈਰਾਨੀ ਆਉਂਦੀ ਹੈ ਜੱਜ ਸਾਹਿਬ ਤੇ। ਜੱਜ ਸਾਹਿਬ ਨੂੰ ਤਾਂ ਖੱਟੜਾ ਸਾਹਿਬ ਨੇ ਹੀ ਠੋਕਤਾ। ਕਹਿੰਦੇ ਜੀ ਕਿ ਅਸੀਂ ਬਾਲ ਸਾਹਿਬ ਨੂੰ ਨੋਟਿਸ ਕੱਢਿਆ ਸੀ ਕਿ ਜੀ ਤੁਸੀਂ ਕਹਿੰਦੇ ਹੋ ਵਿਦੇਸ਼ੀ ਸ਼ਕਤੀਆਂ ਕੰਮ ਕਰਦੀਆਂ ਨੇ। ਖੱਟੜਾ ਸਾਹਿਬ ਨੇ ਆਪਣੀ ਇੰਟਰਵਿਊ 'ਚ ਨਹੀਂ ਕਿਹਾ ਕਿ ਜਿਸ ਦਿਨ ਬਰਗਾੜੀ ਬੇਦਬੀ ਹੋਈ ਆ, 2 ਕਾਲਾਂ ਉਸ ਦਿਨ ਉੱਥੋਂ ਪਾਕਿਸਤਾਨ ਵੀ ਹੋਈਆਂ ਬਰਗਾੜੀ ਤੋਂ, 1 ਕਾਲ ਲਿਸਬਨ ਵੀ ਹੋਈ ਹੈ। ਫਿਰ ਦੱਸੋ ਜੀ, ਜੇ ਪੁਲਿਸ ਨੇ ਚੀਫ ਮਿਨਿਸਟਰ ਨੂੰ ਦੱਸਿਆ ਕਿ ਉਹ ਵਾਕਿਆ ਵਾਲੇ ਦਿਨ 2 ਕਾਲਾਂ ਪਾਕਿਸਤਾਨ ਵੀ ਹੋਈਆਂ, 1 ਲਿਸਬਨ ਵੀ ਹੋਈ ਹੈ, ਤੇ ਚੀਫ ਮਿਨਿਸਟਰ ਸੋਰਸਿਸ ਦੇ ਬੇਸਿਸ ਤੇ ਕਹਿ ਸਕਦਾ ਕਿ ਇਹ ਬੇਦਬੀ 'ਚ ਫੋਰਨ ਹੈਂਡ ਵੀ ਹੋ ਸਕਦਾ। ਉਦੋਂ ਬਾਅਦ ਕਹਿੰਦਾ ਮੈਂ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਮੇਰੇ ਸਾਹਮਣੇ ਹੀ ਨਹੀਂ ਹੈ। ਦੇਖੋ ਹਰਪ੍ਰੀਤ ਜੀ, ਮੈਂ ਸਮਝਦਾ ਕਿ ਇਹਨਾਂ ਨੇ ਬਹੁਤ ਘਟੀਆ ਕੰਮ ਕੀਤਾ। ਜਿੰਨੀ ਇਸ ਮਾਮਲੇ ਦੀ ਗੰਭੀਰਤਾ ਹੈ, ਗੁਰੂ ਗ੍ਰੰਥ ਸਾਹਿਬ ਦੇ ਅਦਬ ਤੇ ਸਤਿਕਾਰ ਨਾਲ ਰਾਜੀਨਾਮਾ ਕਦੇ ਨਹੀਂ ਕੀਤਾ ਸਕਦਾ, ਨਾ ਕੋਈ ਸਿੱਖ ਟੋਲਰੇਟ ਕਰ ਸਕਦਾ, ਨਾ ਕੋਈ ਸਰਕਾਰ ਟੋਲਰੇਟ ਕਰ ਸਕਦੀ ਹੈ। ਅਕਾਲੀ ਦਲ ਗੁਰੂ ਸਾਹਿਬ ਦੇ ਅਦਬ ਤੇ ਸਤਿਕਾਰ ਲਈ ਇੱਕ ਸਰਕਾਰ ਨਹੀਂ ਅਨੇਕਾਂ ਸਰਕਾਰਾਂ ਵਾਰ ਸਕਦਾ। ਪਰ ਅਫਸੋਸ ਕਿ ਪਹਿਲਾਂ ਅਕਾਲੀ ਦਲ ਨੂੰ ਹਰਾਉਣ ਲਈ ਇਹ ਰਾਜਨੀਤੀ ਵਰਤੀ, ਹੁਣ ਬਦਨਾਮ ਕਰ। ਚਲੋ ਮੈਨੂੰ ਇੱਕ ਮਿੰਟ, ਤਰਲੋਚਨ ਸਿੰਘ ਜੀ, ਗੱਲ ਇਹ ਹੈ ਕਿ ਭਾਵੇਂ ਅਕਾਲੀ ਦਲ ਹੋਵੇ, BJP ਹੋਵੇ, ਆਮ ਆਦਮੀ ਪਾਰਟੀ ਹੋਵੇ, ਇੱਕ ਸੁਰਤਾ ਦੇ ਵਿੱਚ ਇੱਕ ਗੱਲ ਜ਼ਰੂਰ ਉਹ ਕਹਿੰਦੇ ਨੇ ਕਿ ਕੈਪਟਨ ਸਰਕਾਰ ਦੇ ਲਈ ਹੁਣ ਬੜੇ ਸਾਰੇ ਸਵਾਲ ਨੇ, ਭਾਵੇਂ ਉਹ ਨਸ਼ਿਆਂ ਦਾ ਹੋਵੇ, ਬੇਰੁਜ਼ਗਾਰੀ ਦਾ ਹੋਵੇ, ਘਰ ਰੁਜ਼ਗਾਰ ਦਾ ਮੁੱਦਾ ਹੋਵੇ, ਬਹੁਤ ਸਾਰੇ ਜਿਹੇ ਇਲਜ਼ਾਮ ਨੇ ਜਿਨ੍ਹਾਂ ਦਾ ਜਵਾਬ ਉਹਨਾਂ ਕੋਲ ਕੋਈ ਨਹੀਂ ਹੈ। ਹੁਣ ਉਹਨਾਂ ਦਾ ਜਵਾਬ ਨਾ ਦੇਣਾ ਪਵੇ, ਇਹ ਸਭ ਤੋਂ ਵੱਡਾ ਹਥਿਆਰ ਉਹਨਾਂ ਨੂੰ ਮਿਲ ਗਿਆ ਕਿ ਇਹ ਵਿਧਾਨ ਸਭਾ ਦੇ ਵਿੱਚ ਵੀ ਲੈ ਕੇ ਜਾਓ, ਘਰ ਘਰ ਤੱਕ ਵੀ ਪਹੁੰਚਾਓ, 2019 ਦੇ ਵਿੱਚ ਸਾਰੇ ਦਾ ਸਾਰਾ ਮਸਲਾ ਇੱਥੇ ਆ ਕੇ ਨਿਪਟ ਜਾਵੇ। ਤੁਹਾਨੂੰ ਵੀ ਇਹ ਲੱਗਦਾ? ਬਿਲਕੁਲ ਠੀਕ ਕਹਿ ਰਹੇ ਤੁਸੀਂ। ਕਾਂਗਰਸ ਮੈਨੂੰ ਲੱਗਦਾ ਕਿ ਸਿਆਸੀ ਤੌਰ ਤੇ ਜਿਹੜਾ ਮੌਨਸੂਨ ਸੈਸ਼ਨ ਹੈ ਉਹਦੇ ਚੋਂ ਆਪਣੇ ਆਪ ਨੂੰ ਬਚਾ ਕਰਨ ਲਈ ਉਹਨੂੰ ਬਹੁਤ ਵੱਡਾ ਹਥਿਆਰ ਮਿਲ ਗਿਆ। ਇੱਕ ਹੋਰ ਉਹ ਫਾਇਦਾ ਇਹ ਹੋ ਗਿਆ ਵੀ ਜਿਹੜੀ ਆਮ ਆਦਮੀ ਪਾਰਟੀ 2 ਟੁਕੜਿਆਂ 'ਚ ਵੰਡੀ ਗਈ ਹੈ। ਸੋ ਵਿਧਾਨ ਸਭਾ 'ਚ ਦੇਖੋ ਮੈਨੂੰ ਲੱਗਦਾ ਵੀ ਇਸ ਰਿਪੋਰਟ ਨੂੰ ਲੈ ਕੇ ਹਰੇਕ ਨੇ ਸਿਆਸਤ ਕਰਨੀ ਹੈ। ਕਾਂਗਰਸ ਕੋ ਬਹੁਤ ਵਧੀਆ ਹਥਿਆਰ ਆ ਇਹ ਰਿਪੋਰਟ, ਉਹਦੇ 'ਚ ਕਈ ਪੁਆਇੰਟ ਨੇ ਪੁੱਛਣਗੇ ਵੀ ਅਕਾਲੀ ਦਲ ਇਹਦੇ ਬਾਰੇ ਦੱਸੇ, ਇਹਦੇ ਬਾਰੇ ਦੱਸੇ, ਔਰ ਮੈਂ ਮਹਿਸੂਸ ਕਰਦਾ ਵੀ ਅਕਾਲੀ ਦਲ ਡਿਫੈਂਸਿਵ ਹੋ ਗਈ ਹੈ ਇਹਦੇ 'ਚ। ਇਸ ਰਿਪੋਰਟ ਦੇ ਆਧਾਰ ਤੇ ਕਾਂਗਰਸ ਨੂੰ ਬਹੁਤ ਵੱਡਾ ਇੱਕ ਹਥਿਆਰ ਮਿਲ ਗਿਆ। ਇਹਨਾਂ ਨੂੰ ਆਪਣੀ ਸਫਾਈ ਦੇਣੀ ਪਊਗੀ ਜੋ ਕੁਝ ਕਮਿਸ਼ਨ ਕਹਿ ਰਿਹਾ। ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਆ, ਆਮ ਆਦਮੀ ਪਾਰਟੀ ਦਾ ਵੀ ਦੇਖੋ ਹਥਿਆਰ ਜਿਹੜਾ ਚੱਲਣਾ ਹੈ ਉਹ ਇਹ ਕਹਿ ਰਹੇ ਨੇ ਵੀ ਅਕਾਲੀ ਦਲ ਤੇ ਕਾਂਗਰਸ ਇਕੱਠੇ ਹੋ ਕੇ ਚੱਲਦੇ ਨੇ, ਰਿਪੋਰਟ 'ਚ ਕੁਝ ਤੱਥ ਲੈ ਕੇ ਉਹ ਦੋਨਾਂ ਤੇ ਅਟੈਕ ਕਰਨਗੇ। ਪਰ ਮੋਟੇ ਤੌਰ ਤੇ ਮੌਨਸੂਨ ਸੈਸ਼ਨ ਜਿਹੜਾ ਆ ਮੈਨੂੰ ਲੱਗਦਾ ਵੀ ਕਾਂਗਰਸ ਜਿਹੜੀ ਹੈ ਉਹਨੂੰ ਇਸ ਰਿਪੋਰਟ ਨੂੰ ਉਹ ਢਾਲ ਵਾਂਗ ਵਰਤ ਕੇ ਇਹਦੇ ਇਹ ਤੇ ਡਿਸਕਸ ਕਰਨਗੇ। ਲੱਗਦਾ ਨਹੀਂ ਕਿ ਢਾਲ ਥੋੜੀ ਕਮਜ਼ੋਰ ਪੈ ਗਈ? ਪਹਿਲਾਂ ਰਿਪੋਰਟ ਲੀਕ ਹੋ ਗਈ, ਫਿਰ ਹਿੰਮਤ ਸਿੰਘ ਬਦਲ ਗਿਆ, ਫਿਰ ਜਲਾਲ ਬਦਲ ਗਿਆ। ਇਹ ਲੱਗਦਾ ਨਹੀਂ ਕਿ ਇਹ ਰਿਪੋਰਟ ਦਾ ਤਾਂ ਪਹਿਲਾਂ ਹੀ ਢਾਲ ਜਿਹੜੀ ਸੀਗੀ ਉਹ ਥੋੜੀ ਕਮਜ਼ੋਰ ਹੋ ਗਈ ਹੈ? ਹਰਪ੍ਰੀਤ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਸਿਆਸੀ ਲੀਡਰਾਂ ਨੂੰ ਸ਼ਾਇਦ ਇਹ ਬਹੁਤ ਵੱਡਾ ਵਹਿਮ ਹੋ ਗਿਆ ਵੀ ਇਹ ਮਰਜ਼ੀ ਦਾ ਕਮਿਸ਼ਨ ਬਿਠਾ ਕੇ, ਮਰਜ਼ੀ ਦੀਆਂ ਰਿਪੋਰਟਾਂ ਲੈ ਕੇ ਜਾਂ ਵਿਧਾਨ ਸਭਾ ਦੇ ਸੈਸ਼ਨ ਨੂੰ ਕੱਢਣ ਲਈ ਕੋਈ ਹੋਰ ਹਥਿਆਰ ਵਰਤ ਕੇ ਨਿਕਲ ਜਾਗੇ। ਲੋਕੀ ਜਿਹੜੇ ਬੇਰੁਜ਼ਗਾਰੀ 'ਚ ਭੁੱਜ ਰਹੇ ਨੇ, ਲੋਕੀ ਜਿਹੜੇ ਡਰੱਗ ਦੀ ਮਾਰ 'ਚ ਆਏ ਨੇ, ਲੋਕ ਜਿਹੜੇ ਮੁਲਾਜ਼ਮ ਜਿਹੜੇ ਨੇ ਬਿਨਾਂ DA ਤੋਂ ਔਰ 10,000 ਰੁਪਇਆ ਤਨਖਾਹ ਤੇ ਕੰਮ ਕਰ ਰਹੇ ਨੇ, ਕਿਸਾਨ ਜਿਹੜਾ ਖੁਦਕਸ਼ੀਆਂ ਕਰ ਰਿਹਾ, ਉਹਨਾਂ ਨੂੰ ਇਹ ਡਰਾਮੇਬਾਜ਼ੀ ਜਿਹੜੀ ਬਿਲਕੁਲ ਰਾਸ ਨਹੀਂ। ਉਹ ਭਾਵੇਂ ਕੈਪਟਨ ਸਰਕਾਰ ਹੋਵੇ, ਭਾਵੇਂ ਪਿਛਲੀ ਬਾਦਲ ਸਰਕਾਰ ਸੀ, ਲੋਕ ਸਮੇਂ ਮੁਤਾਬਕ ਜਿਹੜੀਆਂ ਮੁਸ਼ਕਲਾਂ 'ਚ ਫਸ ਰਹੇ ਨੇ ਉਹਦਾ ਪੂਰਾ ਜਵਾਬ ਦਿੰਦੇ ਹੀ ਨੇ। ਜਵਾਬ ਦੇਣ ਦਾ ਉਹਨਾਂ ਨੂੰ ਉਹ ਸਮਾਂ ਮਿਲ ਹੀ ਜਾਂਦਾ, ਜਵਾਬ ਮਿਲ ਹੀ ਜਾਂਦਾ, ਔਰ 2019 ਵੀ ਨੇੜੇ 19 ਨੇੜੇ। ਠੀਕ ਹੈ ਗਰੇਵਾਲ ਸਾਹਿਬ, ਅਜਿਹਾ ਕਿਉਂ ਹੁੰਦਾ ਕਿ ਜਿਸ ਦੇ ਵੀ ਬਿਆਨ ਦਰਜ ਕੀਤੇ ਗਏ ਨੇ ਇਸ ਰਿਪੋਰਟ ਦੇ ਵਿੱਚ, ਜਿਹੜੇ ਇੱਕ ਇੱਕ ਕਰਕੇ ਬਾਹਰ ਆ ਰਹੇ ਨੇ, ਜਾਂ ਤਾਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਸਿਆਸੀ ਸਾਜ਼ਿਸ਼ ਹੈ, ਜਾਂ ਉਹ ਜਿਹੜੇ ਜਿਹਨੇ ਬਿਆਨ ਦਿੱਤੇ ਹੁੰਦੇ ਨੇ ਉਹ ਅਗਲੇ ਦਿਨ ਹੀ ਮੁੱਕਰ ਜਾਂਦਾ? ਫਿਰ ਲੱਗਦਾ ਨਹੀਂ ਕਿ ਤੁਹਾਡਾ ਦਾਇਰਾ ਕੁਝ ਜ਼ਿਆਦਾ ਹੀ ਵੱਡਾ ਹੈ ਵੀ ਜਿਹੜਾ ਕੋਈ ਬਿਆਨ ਤੁਹਾਡੇ ਖਿਲਾਫ ਦਰਜ ਕਰਦਾ ਅਗਲੇ ਦਿਨ ਹੀ ਉਹ ਮੁੱਕਰ ਜਾਂਦਾ? ਪਹਿਲੀ ਤਾਂ ਗੱਲ
ਮੈਂ ਇਸ ਨੂੰ ਮੂਲੋਂ ਰੱਦ ਕਰਦਾ। ਅਸੀਂ ਸਰਕਾਰ ਨਹੀਂ ਕਿ ਸਾਡੇ ਕੋਲ ਕੋਈ ਸ਼ਕਤੀ ਹੈ। ਸੁਣੋ, ਸਾਡੇ ਕੋਲ ਤਾਂ ਪਿਆਰ ਤੇ ਸਤਿਕਾਰ ਦਾ ਹੀ ਰਿਸ਼ਤਾ ਹੈਗਾ ਅਕਾਲੀ ਦਲ ਕੋਲ, ਹੋਰ ਤਾਂ ਕੋਈ ਨਹੀਂ ਗਾ। ਦੂਸਰੀ ਗੱਲ, ਚਲੋ ਭੁੱਲ ਜਾਓ ਇਹਨਾਂ ਦੋਹਾਂ ਦੀ ਗੱਲ। ਸਰਦਾਰ ਰਣਬੀਰ ਸਿੰਘ ਖੱਟੜਾ ਤਾਂ ਮੌਜੂਦਾ ਸਰਕਾਰ ਵਿੱਚ DIG ਲੱਗੇ ਨਾ। ਮੈਂ ਕਹਿੰਦਾ ਉਹਦੀ ਸਟੇਟਮੈਂਟ ਉਹ ਸਟੇਟਮੈਂਟ ਤੁਹਾਨੂੰ ਸੂਟ ਕਰ ਰਹੀ ਹੈ, ਤੁਸੀਂ ਵਾਰ-ਵਾਰ ਹਾਮੀ ਭਰ ਰਹੇ ਹੋ। ਨਹੀਂ, ਜਿਨ੍ਹਾਂ ਦੀ ਸਟੇਟਮੈਂਟ ਤੁਹਾਡੇ ਖਿਲਾਫ ਹੈ ਉਹਦਾ ਤੁਸੀਂ ਨਾਮ ਹੀ ਨਹੀਂ ਲੈਂਦੇ, ਉਹਨੂੰ ਤੁਸੀਂ ਕਹਿੰਦੇ ਕਿ ਉਹ ਸਿਆਸੀ ਸਾਜ਼ਿਸ਼ ਹੈ ਜੀ। ਮੇਰੀ ਗੱਲ ਸੁਣੋ, ਉਹ ਕਮਿਸ਼ਨ ਨੇ ਤਾਰੀਫ ਕੀਤੀ ਉਹਦੀ, ਸਰਕਾਰ ਦਾ ਮੌਜੂਦਾ ਅਫਸਰ। ਕਮਿਸ਼ਨ ਨੇ ਤਾਂ ਜਲਾਲ ਦੀ ਵੀ ਤਾਰੀਫ ਕੀਤੀ ਹੈ ਕਿ ਜਲਾਲ ਦੀ ਅੰਤਰਾਤਮਾ ਜਾਗ ਗਈ, ਉਹਨੇ ਸਭ ਕੁਝ ਕੀਤਾ। ਤੁਹਾਨੂੰ ਜਲਾਲ ਕਿਉਂ ਨਹੀਂ ਠੀਕ ਲੱਗਦਾ? ਹੁਣ ਚੀਕਾਂ ਕਿਉਂ ਮਾਰਦੇ ਆ? ਅਸੀਂ ਤਾਂ ਉਹੀ ਸਵਾਲ ਪੁੱਛ ਰਿਹਾ ਨਾ ਜਲਾਲ ਨੂੰ। ਜਲਾਲ ਦੇਖੋ ਹਰਪ੍ਰੀਤ ਜੀ, ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ, ਜਿਹੜਾ ਕਮਿਸ਼ਨ ਹੈ ਨਾ, ਕਮਿਸ਼ਨ ਨੇ ਆਪਣੇ ਆਪ ਨੂੰ ਲਾਫਿੰਗ ਸਟਾਕ ਬਣਾ ਲਿਆ। ਬਿਲਕੁਲ ਲਾਫਿੰਗ ਸਟਾਕ ਬਣਾ ਲਿਆ। ਕਾਨੂੰਨ ਦੀਆਂ ਧੱਜੀਆਂ ਉਡਾਈਆਂ। ਤੁਸੀਂ ਸਾਰੀ ਰਿਪੋਰਟ ਮੇਰਾ ਖਿਆਲ ਜੇ ਪੜ੍ਹੀ ਹੋਵੇ ਤਾਂ ਮੈਨੂੰ ਸ਼ਾਇਦ ਕਹਿਣ ਦੀ ਵੀ ਲੋੜ ਨਹੀਂ, ਪਰ ਕਿਉਂਕਿ ਸਰੋਤਿਆਂ ਦੇ ਲਈ ਮੈਂ ਗੱਲ ਦੱਸ ਦੇਣਾ। ਇਸ ਰਿਪੋਰਟ 'ਚ ਉਹਨੇ 35 ਸਫ਼ਿਆਂ 'ਚ ਤਾਂ ਇਹ ਅੜਾ ਕੇ ਕੁਐਸਚਨ ਕਰਨ ਦੀ ਗੱਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਡੇਰੇ ਵਾਲਿਆਂ ਦੀ ਸਪੋਰਟ ਲਈ ਤੇ ਉਹਨਾਂ ਦੀ ਮਦਦ ਕੀਤੀ। ਸੁਣ ਲਓ ਗੱਲ। ਦੂਸਰੀ, ਉਹਨਾਂ ਨੇ ਰਿਪੋਰਟ ਨੇ ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਸੱਟ ਮਾਰੀ। ਜਿੱਥੇ ਕੀ ਕੀਤਾ ਉੱਥੋਂ ਦੇ ਕਹਿੰਦਾ ਜਥੇਦਾਰ ਦੀ ਪੋਸਟ ਕੋਈ ਨਹੀਂ। ਫਿਰ ਉਹ ਜਥੇਦਾਰ ਦੇ ਸੈਕਟਰੀ ਨੂੰ ਚਿੱਠੀ ਕਾਹਦੀ ਪਾਉਣਾ, ਸੰਮਨ ਕਾਹਦੇ ਵਾਸਤੇ ਦੇਣਾ। ਫਿਰ ਉਦੋਂ ਬਾਅਦ ਉਦੋਂ ਉੱਪਰਲੀ ਗੱਲ, ਭਾਈ ਦਲਜੀਤ ਸਿੰਘ ਦਾਦੂਵਾਲ ਸਰਬੱਤ ਖਾਲਸੇ ਦੇ ਬਣਾਏ ਹੋਏ ਜਥੇਦਾਰ। ਫਿਰ ਜਥੇਦਾਰ ਜੇ ਜਥੇਦਾਰ ਦੀ ਪੋਸਟ ਨਹੀਂ, ਫਿਰ ਉਹ ਸਰਬੱਤ ਖਾਲਸੇ ਨੇ ਬਣਾ ਕੇ ਤੋਂ ਦਿੱਤਾ। ਫਿਰ ਸ਼੍ਰੋਮਣੀ ਕਮੇਟੀ ਤੇ ਲਓ ਜੀ, ਸ਼੍ਰੋਮਣੀ ਕਮੇਟੀ ਨੇ ਮੈਨੂੰ ਆ ਕੇ ਅਸਿਸਟ ਨਹੀਂ ਕੀਤਾ ਕਿ ਸ਼੍ਰੋਮਣੀ ਕਮੇਟੀ ਕੋਲ ਕੀ ਅਥਾਰਟੀ ਹੈ। ਸ਼੍ਰੋਮਣੀ ਕਮੇਟੀ ਧਾਰਮਿਕ ਆ। ਸ਼੍ਰੋਮਣੀ ਕਮੇਟੀ ਨੇ ਕਿਹਾ ਗੁਰਦੁਆਰਿਆਂ CC ਕੈਮਰੇ ਲਾ ਲਓ, ਲੋਕਾਂ ਨੇ ਲਾਤੇ। ਕੁਛ ਥਾਵਾਂ ਤੇ ਸ਼੍ਰੋਮਣੀ ਕਮੇਟੀ ਨੇ ਆਪ ਲਾਤੇ। ਇਸ ਕਮਿਸ਼ਨ ਨੇ ਬਹੁਤ ਕੋਝੀ ਹਰਕਤ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ, ਦੇਖੋ ਸਭ ਤੋਂ ਜਿਹੜੀ ਮੈਂ ਕਹਿੰਦਾ ਇਸ ਵਿੱਚ ਹਲਕੀ ਗੱਲ ਕੀਤੀ ਹੈ ਕਮਿਸ਼ਨ ਨੇ। ਤੁਸੀਂ ਜੇ ਰਿਪੋਰਟ ਪੜ੍ਹੀ ਨਹੀਂ, ਚੀਜ਼ਾਂ ਦਾ ਇਲਜ਼ਾਮ ਤੁਹਾਡੇ ਤੇ ਕਿਉਂ ਲੱਗਦਾ ਵੀ ਤੁਸੀਂ ਉਹਨਾਂ ਨੂੰ ਜਾਣ ਨਹੀਂ ਦਿੱਤਾ? ਮੇਰੀ ਗੱਲ ਨਹੀਂ ਜੀ, ਅਸੀਂ ਕਿਉਂ? ਮੇਰੀ ਗੱਲ ਸੁਣੋ ਸਾ ਹਰਪ੍ਰੀਤ ਸਿੰਘ ਜੀ, ਸ਼੍ਰੋਮਣੀ ਕਮੇਟੀ ਹੈ ਇੰਡੀਪੈਂਡੈਂਟ ਕਨਸਟੀਟਿਊਸ਼ਨਲ ਅਦਾਰਾ, 1925 ਦਾ ਐਕਟ। ਨਾ ਉਹਦੇ ਸਰਦਾਰ ਬਾਦਲ ਪ੍ਰਧਾਨ ਨੇ, ਨਾ ਸੁਖਵੀਰ ਸਿੰਘ ਬਾਦਲ ਉਹਦੇ ਪ੍ਰਧਾਨ ਨੇ। ਉਹਦੀ ਆਪਣੀ ਐਗਜ਼ੈਕਟਿਵ ਹੈ। ਤੁਹਾਡੀ ਪਾਰਟੀ ਨੇ ਉਹਨਾਂ ਸਾਡੀ ਐਗਜ਼ੈਕਟਿਵ, ਉਹਦੇ ਐਗਜ਼ੈਕਟਿਵ ਦੇ ਵਿੱਚ 3 ਬੰਦੇ ਜਿਹੜੇ ਧਿਰਾਂ ਅੱਜ ਬਰਗਾੜੀ ਬੈਠੇ ਉਹਨਾਂ ਦੇ ਵੀ ਨੇ, ਉਹਨਾਂ ਨੇ ਵੀ ਨਹੀਂ ਉਹਦੇ ਨਾਲ ਸਹਿਮਤੀ ਪ੍ਰਗਟ ਕੀਤੀ। ਸਬ ਵੇਰੀਐਂਟ ਕਿਉਂ ਬਣੇ ਇੱਕ ਕਮਿਸ਼ਨ ਦੀ? ਜਿਹੜਾ ਕਮਿਸ਼ਨ ਇਸ ਗਿਣੀ ਮਿਥੀ ਸਾਜ਼ਿਸ਼ ਤਹਿਤ ਬਣਿਆ। ਦੇਖੋ ਗੱਲ ਬਹੁਤ ਸਪਸ਼ਟ ਹੈ। ਨਹੀਂ, ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਗਿਣੀ ਮਿਥੀ ਸਾਜ਼ਿਸ਼? ਸੁਣ ਲਓ, ਪਤਾ ਕਿਵੇਂ? ਚਲੋ ਹੁਣ ਪਤਾ ਉਦੋਂ ਤੁਸੀਂ ਕਹਿ ਸਕਦੇ ਹੋ, ਪਰ ਕਮਿਸ਼ਨ ਨੇ ਹਜੇ ਜਾਂਚ ਸ਼ੁਰੂ ਹੀ ਨਹੀਂ ਕੀਤੀ, ਤੁਸੀਂ ਪਹਿਲਾਂ ਹੀ ਨਕਾਰਤਾ ਉਹਨੂੰ। ਸੁਣੋ, ਹਾਂ, ਕਿਵੇਂ ਪਤਾ ਲੱਗਦਾ? ਜਦ ਜੱਜ ਸਾਹਿਬ ਮੌਜੂਦਾ ਹਾਈ ਕੋਰਟ 'ਚ ਜੱਜ ਸੀਗੇ, ਜਦ ਕਿਸੇ ਅਕਾਲੀ ਦਾ ਕੇਸ ਗਿਆ, ਉਹਨੇ ਰਿਕੁਐਸਟ ਕੀਤੀ ਜੀ ਕਿ ਤੁਸੀਂ ਪ੍ਰੈਜੂਡਿਸਡ ਹੋ ਅਕਾਲੀ ਦਲ ਦੇ, ਅਸੀਂ ਕੇਸ ਨਹੀਂ ਕਰਾਉਣਾ। ਇਹਨਾਂ ਨੇ ਟ੍ਰਾਂਸਫਰ ਕੀਤੇ। ਦੇਖੋ, ਆਫਟਰ ਆਲ ਜਿਹੜੇ ਜੁਡੀਸ਼ੀਅਲ ਆਫੀਸਰ ਹੁੰਦੇ ਆ, ਉਹਨਾਂ ਦਾ ਕੰਡਕਟ ਪਬਲਿਕ ਵਿਊ 'ਚ ਹੁੰਦਾ ਹੈਗਾ। ਪਹਿਲੀ ਗੱਲ ਕਿ ਜੱਜ ਸਾਹਿਬ ਦੀ ਐਡੀ ਮਜਬੂਰੀ ਕੀ ਸੀ ਜਦ ਸ਼੍ਰੋਮਣੀ ਅਕਾਲੀ ਦਲ ਨੇ ਐਜ਼ ਅ ਪਾਰਟੀ ਕੀਤਾ। ਉਹ ਕਹਿੰਦੇ ਕਿ ਜਸਟਿਸ ਇਜ਼ ਨਾਟ ਓਨਲੀ ਟੂ ਬੀ ਡਨ ਬਟ ਇਟ ਸ਼ੁੱਡ ਬੀ ਫੈਲਟ ਦੈਟ ਇਟ ਇਜ਼ ਬੀਇੰਗ ਡਨ। ਮੇਰੇ ਤੇ ਇਹਨਾਂ ਨੇ ਸੀਰੀਅਸ ਐਲੀਗੇਸ਼ਨ ਲਾਈ ਹੈ ਐਂਡ ਮੈਂ ਬੜਾ ਕਲੋਜ਼ ਐਸੋਸੀਏਟ ਰਿਲੇਸ਼ਨ ਆ ਖੈਰੇ ਦਾ। ਮੈਂ ਕਮਿਸ਼ਨ ਨਹੀਂ ਕੰਡਕਟ ਕਰਨਾ। ਹੈਵਨਸ ਵਰ ਨਾਟ ਗੋਇੰਗ ਟੂ ਫਾਲ। ਰਾਦਰ ਉਹਨੇ ਐਕਸੈਪਟ ਕੀਤਾ ਤੇ ਉਸ ਨੇ ਵਾਰ-ਵਾਰ ਇਹ ਗੱਲ ਨੂੰ ਐਕਸੈਪਟ ਕੀਤਾ, ਇਨਐਡਮਿਸਿਬਲ ਐਵੀਡੈਂਸ ਨੂੰ ਐਵੀਡੈਂਸ ਲਿਆ। ਚਲੋ ਮੈਨੂੰ ਇੱਕ ਮੋਟੀ ਜੀ, ਆਪਣੇ ਕੋਲ ਟਾਈਮ ਘੱਟ ਹੈ, ਮੋਟੀ ਜੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਜਿਹੜੀਆਂ ਚੀਜ਼ਾਂ ਤੁਸੀਂ ਹੁਣੇ ਗਿਣਾਈਆਂ ਨੇ ਵੀ ਅਕਾਲੀ ਦਲ ਤੇ ਇਹ ਇਲਜ਼ਾਮ ਲੱਗਿਆ, ਅਕਾਲੀ ਦਲ ਤੇ ਉਹ ਇਲਜ਼ਾਮ ਲੱਗਿਆ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਇਹਨਾਂ ਸਾਰੀਆਂ ਚੀਜ਼ਾਂ ਦਾ ਕੋਈ ਪ੍ਰੂਫ, ਕੋਈ ਸਬੂਤ ਵੀ ਤਾਂ ਨਾਲ ਲਾਇਆ ਹੋਇਆ ਨਾ। ਉਹਨਾਂ ਸਬੂਤਾਂ ਤੋਂ ਤੁਸੀਂ ਇਨਕਾਰੀ ਕਿਵੇਂ ਹੋ ਸਕਦੇ? ਮੈਂ ਸੁਣੋ, ਕਾਲ ਰਿਕਾਰਡ ਹੈ, ਹਲਫਨਾਮੇ ਹੈ, ਤੁਸੀਂ ਜ਼ਬਾਨੀ ਤਾਂ ਜਿੰਨਾ ਮਰਜ਼ੀ ਭੰਡੀ ਹੋ, ਪਰ ਜਦੋਂ ਗੱਲ ਸਬੂਤਾਂ ਦੀ ਆ ਜਾਏਗੀ, ਜਦੋਂ ਕਾਲ ਡਿਟੇਲਸ ਦੀ ਗੱਲ ਆ ਜਾਏਗੀ, ਜਦੋਂ ਹਲਫਨਾਮਿਆਂ ਦੀ ਗੱਲ ਆ ਜਾਏਗੀ, ਤਾਂ ਤੁਸੀਂ ਕਿੱਥੇ ਸਟੈਂਡ ਕਰੋਗੇ? ਮੇਰੀ ਗੱਲ ਬਿਲਕੁਲ ਇੱਕ ਕਰਕੇ, ਜਿੱਥੇ ਤਾਂ ਅਕਾਲ ਤਖਤ ਸਾਹਿਬ ਦੀ ਗੱਲ ਇੱਕ ਕਰਕੇ ਕਰਦਾ। ਸ਼੍ਰੀ ਅਕਾਲ ਤਖਤ ਸਾਹਿਬ ਦਾ ਕਹਿੰਦਾ ਜਥੇਦਾਰ ਦੀ ਪੋਸਟ ਕੋਈ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਐਕਟ ਵਿੱਚ। ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹਦਾ ਅੰਗਰੇਜ਼ੀ ਵਿੱਚ ਹੈੱਡ ਮਿਨਿਸਟਰਸ ਲਿਖਿਆ ਹੋਇਆ ਉਹ ਜਥੇਦਾਰ ਪੰਜਾਬੀ 'ਚ ਕਹੇ ਜਾਂਦੇ ਨੇ। ਐਕਟ ਵਿੱਚ ਪ੍ਰੋਵੀਜ਼ਨ ਹੈ। ਤੇ ਅਕਾਲ ਤਖਤ ਸਾਹਿਬ ਦੇ ਜਿਸ ਦਿਨ ਦੀ ਸਥਾਪਨਾ ਹੋਈ ਆ, ਭਾਈ ਗੁਰਦਾਸ ਜੀ ਤੋਂ ਲੈ ਕੇ ਅਕਾਲੀ ਫੂਲਾ ਸਿੰਘ ਤੱਕ ਤੇ ਮੌਜੂਦਾ ਜਥੇ ਤੱਕ ਦਾ ਜਥੇਦਾਰ ਬਣੇ ਨੇ। ਫਿਰ ਇੱਕ ਪਾਸੇ ਤੁਸੀਂ ਉਹ ਕਹਿ ਰਹੇ ਹੋ, ਦੂਜੇ ਪਾਸੇ ਮੰਡ ਨੂੰ ਤੇ ਦਾਦੂਵਾਲ ਨੂੰ ਜਥੇਦਾਰ ਐਕਸੈਪਟ ਕਰ ਰਿਹਾ। ਹੋ ਗਈ ਜੀ ਗੱਲ। ਉਸ ਤੋਂ ਬਾਅਦ ਆ ਜਾਓ, ਕਹਿੰਦੇ SGPC ਦਾ। SGPC ਨੇ ਜਦ ਉਹਨਾਂ ਨੂੰ ਨੋਟਿਸ ਆਇਆ, ਨੋਟਿਸ ਤੋਂ ਬਾਅਦ ਐਗਜ਼ੈਕਟਿਵ ਦੀ ਮੀਟਿੰਗ ਬੁਲਾਈ। ਐਗਜ਼ੈਕਟਿਵ ਦੀ ਮੀਟਿੰਗ ਨੇ ਡਿਸਕਸ ਕੀਤਾ, ਮੀਟਿੰਗ ਨੇ ਪਾਸ ਕੀਤਾ ਕਿ ਅਸੀਂ ਇਹਦੇ ਨਾਲ ਕੋਆਪਰੇਟ ਨਹੀਂ ਕਰਨਾ। ਠੀਕ ਹੋ ਗਈ ਜੀ ਗੱਲ। ਉਸ ਤੋਂ ਬਾਅਦ ਮੈਂ ਜਿਹੜੀ ਗੱਲ ਕਰਦਾ, ਇਹਨਾਂ ਨੇ ਸਭ ਤੋਂ ਵੱਡੀ ਕਰਨੀ ਤਾਂ ਇਹਨਾਂ ਨੇ ਗੁਰੂ ਸਾਹਿਬ ਦਾ ਅਦਬ ਤੇ ਸਤਿਕਾਰ ਸੀ
ਕੀਤੀ ਗੁਰੂ ਸਾਹਿਬ ਦੀ ਬੇਦਬੀ। ਤੁਸੀਂ ਸਾਰੀ ਰਿਪੋਰਟ ਪੜ੍ਹਨਾ ਹਰਪ੍ਰੀਤ ਜੀ, ਇਹਨਾਂ ਨੂੰ ਇਤਿਹਾਸ ਮਾਫ ਨਹੀਂ ਕਰੂ ਸਰਦਾਰ ਰਣਜੀਤ ਸਿੰਘ ਰੰਧਾਵੇ ਨੂੰ। ਇਹ ਕਹਿੰਦਾ ਹੈ ਕਿ ਗੁਰੂ ਸਾਹਿਬ ਦੇ ਅੰਗ ਸੀ ਜਿਹੜੇ, ਉਹ ਇਹਨਾਂ ਨੇ ਕੇਸ ਪ੍ਰਾਪਰਟੀ ਨਾ ਬਣਾ ਕੇ ਐਵੀਡੈਂਸ ਸਪੋਇਲ ਕੀਤਾ। ਕੇਸ ਪ੍ਰਾਪਰਟੀ ਬਣਾ ਕੇ ਉਹ ਮਾਲਖਾਨੇ 'ਚ ਰੱਖੇ ਜਾਂਦੇ ਗੁਰੂ ਸਾਹਿਬ ਦੇ ਅੰਗ। ਅਸੀਂ ਗੁਰਦੁਆਰਾ ਸਾਹਿਬ ਵਿੱਚ ਲੁਮਾਲੇ ਵਿੱਚ ਬਾ ਸਤਿਕਾਰ ਕੀਤੇ ਗਏ। ਐਂਡ ਤੁਸੀਂ ਖੱਟੜਾ ਸਾਹਿਬ ਦੀ ਜਿਹੜੀ ਇੰਟਰਵਿਊ ਆ ਸੁਣੀ ਹੈ ਕਿ ਉਹਨਾਂ ਦੇ ਜਦ ਕੰਪੈਰੀਜ਼ਨ ਲਈ ਥੰਬ ਇੰਪ੍ਰੈਸ਼ਨ ਚੁੱਕਣ ਲਈ ਅਹਿਮਦਾਬਾਦ ਭੇਜੇ ਗਏ, ਸਪੈਸ਼ਲ ਫਲਾਈਟ 'ਚ ਭੇਜੇ ਗਏ। ਤੇ ਇਹ ਕਹਿੰਦਾ ਹੈਗਾ ਉਹਨਾਂ ਦੇ ਅੰਗ ਨੂੰ ਉੱਥੇ ਕੇਸ ਪ੍ਰਾਪਰਟੀ ਬਣਾ ਕੇ ਕੀਤਾ ਜਾਵੇ। ਤੁਸੀਂ ਮਤਲਬ ਦੱਸੋ, ਕਿਸੇ ਕਿਤਾਬ ਦੇ ਸਫੇ ਆ, ਇੱਕ ਗੱਲ ਦਿਮਾਗ 'ਚ ਉਹ ਭੁੱਲ ਗਏ, ਇਹਨੂੰ ਕਿਤਾਬ ਤੇ ਇੱਕ ਧਾਰਮਿਕ ਗ੍ਰੰਥ ਸਮਝ ਗਏ। ਇਹ ਨਹੀਂ ਪਤਾ ਕਿ ਗੁਰੂ ਗ੍ਰੰਥ ਸਾਹਿਬ ਜਾਗਤ ਗੁਰੂ ਹੈ, ਪ੍ਰਗਟ ਗੁਰਾਂ ਦੀ ਦੇਹ ਹੈ, ਇਹਦੇ ਨਾਲ ਉਹ ਗੱਲ ਨਹੀਂ ਕੀਤੀ ਜਾ ਸਕਦੀ। ਠੀਕ ਹੈ ਤਰਲੋਚਨ ਸਿੰਘ ਜੀ, ਇੱਕ ਆਖਰੀ ਸਵਾਲ, ਇਸ ਪੂਰੀ ਪ੍ਰਕਿਰਿਆ ਨੂੰ ਹੁਣ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਅਕਾਲੀ ਦਲ ਕਹਿੰਦਾ ਕਿ ਅਸੀਂ ਹੁਣ ਖੁਦ ਵਿਧਾਨ ਸਭਾ ਦੇ ਵਿੱਚ ਅਟੈਕ ਕਰਾਂਗੇ ਕਿ ਆਹ ਰਿਪੋਰਟ ਹੈ, ਇਸ ਤੇ ਹੀ ਚਰਚਾ ਕਰੋ, ਹੋਰ ਕਿਸੇ ਤੇ ਚਰਚਾ ਹੋਣੀ ਨਹੀਂ ਚਾਹੀਦੀ। ਦੇਖੋ, ਸਭ ਤੋਂ ਵੱਡਾ ਦੁਖਾਂਤ ਹਰਪ੍ਰੀਤ ਜੀ ਇਹ ਹੈ ਵੀ 2015 ਦਾ ਕਾਂਡ ਆ, ਔਰ ਕਿੰਨੇ ਬੇਦਬੀਆਂ 157 ਕਿੰਨੀਆਂ ਹੋ ਗਈਆਂ ਨੇ, ਔਰ 96 ਕਹਿੰਦੇ ਇਹ ਸੋਲਵ ਕਰ ਲੀਆਂ। ਮੈਂ ਉਹਨੂੰ ਸੋਲਵ ਨਹੀਂ ਕਹਿੰਦਾ, ਮੈਂ ਕਹਿੰਦਾ ਵੀ ਹੋਈਆਂ ਕਿਉਂ। ਇਹ ਸਾਰਾ ਕੁਝ ਜੋ ਵਾਪਰਿਆ ਇਹਨਾਂ ਦੀ ਸਰਕਾਰ 'ਚ ਔਰ ਹੋਣ ਵਾਲੀ ਸਰਕਾਰ 'ਚ ਵੀ ਵਾਪਰਿਆ। ਰਿਪੋਰਟ ਆਈ ਹੈ, ਰਿਪੋਰਟ ਤੇ ਰੱਜ ਕੇ ਸਿਆਸਤ ਹੋਈ ਹੈ। ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਇਹਦੇ 'ਚ ਦਰਦ ਕਿਸੇ ਦਾ ਦਿਸ ਰਿਹਾ ਵੀ ਸਾਡੇ ਗੁਰੂ ਦੀ ਬੇਦਬੀ ਹੋਈ ਹੈ। ਇਹਦੇ ਤੇ ਜਿਹੜੇ ਬੰਦੇ ਨੇ ਉਹ ਦੋਸ਼ੀ ਜਿਹੜੇ ਸਾਹਮਣੇ ਆਉਣੇ ਚਾਹੀਦੇ ਹੈ, ਸਜ਼ਾ ਮਿਲਣੀ ਚਾਹੀਦੀ ਹੈ। ਸੋ ਇਹ ਸਾਰੀ ਘਟਨਾ ਤੋਂ ਮੈਂ ਸਮਝਦਾ, ਜੇ ਮੈਂ ਆਮ ਲੋਕਾਂ ਨੂੰ ਦੇਖਾਂ ਤੇ ਆਮ ਲੋਕ ਮਹਿਸੂਸ ਕਰ ਰਹੇ ਨੇ ਵੀ ਸਿਆਸੀ ਲੀਡਰ ਜਿਹੜੇ ਨੇ ਸਾਡੇ ਗੁਰੂ ਨੂੰ, ਸਾਡੇ ਧਾਰਮਿਕ ਗ੍ਰੰਥ ਨੂੰ ਅਪਮਾਨ ਕਰਕੇ ਔਰ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ। ਇਹਦੇ ਬਾਰੇ ਇਹਨਾਂ ਨੂੰ ਸ਼ਾਇਦ ਇਲਮ ਨਹੀਂ, ਪਰ ਪੰਜਾਬ ਦੇ ਲੋਕ ਇਹ ਗੱਲ ਸਮਝ ਰਹੇ ਨੇ। ਬਹੁਤ ਬਹੁਤ ਧੰਨਵਾਦ ਦੋਵੇਂ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਲਈ। ਸੋ ਜਿਵੇਂ ਜਾਂਦੇ ਸਰਦਾਰ ਤਰਲੋਚਨ ਸਿੰਘ ਜੀ ਹੋਰਾਂ ਨੇ ਕਿਹਾ ਕਿ ਇਹ ਜਨਤਾ ਸਭ ਕੁਝ ਜਾਣਦੀ ਹੈ, ਇੰਨਾ ਬੇਵਕੂਫ ਜਨਤਾ ਨਹੀਂ ਹੈਗੀ ਹੈ। ਉਸ ਨੂੰ ਪਤਾ ਹੈ ਕਿ ਜਿਹੜੀ ਇਹ ਕਮਿਸ਼ਨ ਦੀ ਰਿਪੋਰਟ ਆਈ ਹੈ ਕਿਉਂ ਆਈ ਹੈ, ਕਿਸ ਨੂੰ ਟਾਰਗੇਟ ਕਰਨ ਦੇ ਲਈ ਆਈ ਹੈ, ਔਰ ਇਸ ਦਾ ਟੀਚਾ ਕੀ ਹੈ, ਇਸ ਦੇ ਵਿੱਚੋਂ ਭਾਲਦੇ ਕੀ ਨੇ ਸਿਆਸੀ ਕਿਰਦਾਰ, ਇਹ ਸਾਰਿਆਂ ਨੂੰ ਪਤਾ ਹੈਗਾ। ਪਰ ਜਦੋਂ ਵਿਧਾਨ ਸਭਾ ਦੇ ਵਿੱਚ ਇਹ ਰਿਪੋਰਟ ਆਏਗੀ, ਉਦੋਂ ਬਾਅਦ ਕੀ ਹੁੰਦਾ, ਇਸ ਤੇ ਵੀ ਵਿਚਾਰ ਚਰਚਾ ਕਰਾਂਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।